सत श्री अकाल दोस्तों, प्रोग्राम अखबारी साथ में तुहाडा बहुत बहुत स्वागत है। अज 28 जनवरी 2021 तो बठिंडे का दादी पोती पार्क दे विच 7 ते 7 बजे साथी ते मेरे रट्टे हुए उही शब्द जिहड़े मैं रोज़ शुरुआत करन लग्या करदा, क्योंकि कुछ गल्लां हुंदियां जिहदा तुसीं पिछा नहीं छड़ सकते। बड़ी आस सी, बड़ा असीं करदे सी 26 जनवरी मतलब टप गई 26 जनवरी भी टप गई। पर प्रोग्राम की शुरुआत करने तो पहला इंट्रोडक्शन जिहड़े नवे सज्जन नाल जुड़ते हैं उन्होंने पता हो भी कौन कौन बैठा है। खब्बे पासे तो शुरुआत करा तो सरदार गुरमेल सिंह, तरसेम जी, निका पुंदर साहब, डॉक्टर दर्शन जी, सरदार गुरदेव सिंह, सरदार गमदूर सिंह तो सरदार जोगिंदर सिंह। 26 जनवरी दी काफ़ी आसा सी सानू सारिਆਂ ਨੂੰ। एक मेरी मजबूरी है या मैं कਹਾਂ भी मैनू चाहिए भी यही है। मैं दर्शन जी तो माफ़ी चाहांगा क्योंकि ये ओवर डिस्कस हो चुका प्रोग्राम जोड़ा किसानों वाला मैनू फिर करना पै रहा, क्योंकि पहला मैनू होंदा सी भी चलो ठीक है चली जाता है ना। पर हुण की होया कि 26 जनवरी की बड़ी आस सी सानू सारिਆਂ ਨੂੰ भी यार साडा जिहड़ा ट्रैक्टर मार्च कढ़िया जाना जिवें शांतमई ढंग दे नाल सारे किसान बैठे सी बहुत वधिया तरीके नाल। मैं कहवा भी इंटरनेशनल लैवल ते भी जिहड़ी वाह वाही खट रहे सी किसान। पर कुछ लोग जिहड़े ने पता नहीं की होया कि नहीं होया, पर इसे करके कल प्रोग्राम नहीं कर सके क्योंकि निशब्द हो चुके सी लोग। खासकर मैं तो समझ नहीं सी आ रही भी की इहदे ते चर्चा करिए, की बोलीए, की गलबात करिए, क्योंकि उम्मीद तो परे दा कई बारी काम हो जाते हैं। तो निका पुंदर साहब मेरे वीर जिहड़े ने ये उत्थे सीगे दिल्ली दे विच उस वेले, तो मैनू ये लग्या मैं यार भी क्यों ना आपां शुरुआत इन्हां तो ही करिए, इन्हां नूं पुछीए भी इन्हां ने उत्थे की देखिया, की हाल की होया उत्थे। पुंदर साहब सत्त दे सारे दोस्तां नूं ते देख रहे दर्शकां नूं सत श्री अकाल। शमिंदर जी 26 जनवरी नूं मैं उत्थे सी जी। ਆਪਾਂ ਜਿੰਨੇ ਵੀ ਉੱਥੇ ਕਿਸਾਨ ਬੈਠੇ ਨੇ ਅੰਦੋਲਨ ਕਰ ਰਹੇ ਨੇ ਆਪਣੇ ਖੇਤੀ ਮੁੱਦਿਆਂ ਦੇ ਉੱਤੇ ਆਪਾਂ ਉੱਥੇ ਬੈਠੇ ਆ ਤੇ ਆਪਣੇ ਮੁੱਦੇ ਵੀ ਉਹੀ ਹੋਣੇ ਚਾਹੀਦੇ ਸੀ। ਆਪਾਂ ਨੂੰ ਭੜਕੇ ਵੀ ਨਹੀਂ, ਕਿਸਾਨ ਲੀਡਰ ਨਹੀਂ ਭੜਕੇ। ਉਹਦੇ 'ਚ ਕੀ ਆ, ਸਰਕਾਰਾਂ ਨੇ ਪਲਾਨ ਕੀਤੇ ਹੋਏ ਬੰਦੇ ਵਿੱਚ ਫਿੱਟ ਕੀਤੇ ਤੇ ਪਲਾਨ ਦੇ ਮੁਤਾਬਕ ਹੀ ਜਿਹੜਾ ਉੱਥੇ ਕੰਮ ਹੋਇਆ। ਮੈਂ ਰਾਜੇਵਾਲ ਸਾਹਿਬ ਦੀ ਵੀ ਇੱਕ ਸਪੀਚ ਸੁਣੀ ਸੀ ਮਾਰਚ ਤੋਂ ਬਾਅਦ। ਉਹ ਕਹਿੰਦੇ ਵੀ ਉਧਰਲੀ ਸਾਈਡ, ਮੈਂ ਇੱਧਰ ਟਿਕਰੀ ਬਾਰਡਰ 'ਤੇ ਸੀ, ਉੱਧਰ ਸਿੰਘੂ ਬਾਰਡਰ ਵਾਲੇ ਪਾਸੋਂ ਸੀ, ਵੀ ਸਾਨੂੰ ਡਾਇਰੈਕਸ਼ਨਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਲਾਲ ਕਿਲੇ ਦੀਆਂ ਦਿੱਤੀਆਂ ਜਾ ਰਹੀਆਂ ਸੀ ਵੀ ਤੁਸੀਂ ਉੱਧਰ ਨੂੰ ਜਾਓ। ਅਸੀਂ ਬੈਰੀਗੇਡ ਤੋੜ ਕੇ ਹੋਰ ਸਾਈਡ ਬੜੇ ਆ। ਅਤੇ ਜਿਹੜੇ ਕਿਸਾਨ ਉੱਧਰ ਗਏ, ਜਿਵੇਂ ਦੀਪ ਸਿੱਧੂ ਦੇ ਮਗਰ ਗਏ ਲਾ ਲਓ, ਜਾਂ ਉਹ ਭੜਕ ਕੇ ਵਾਗੇ ਕਿਵੇਂ ਵੀ ਲਾ ਲਓ, ਕਿ ਉਹ ਵੀ ਦੱਸ ਰਹੇ ਆ ਵੀ ਸਾਨੂੰ ਸਾਈਡਾਂ ਤੋਂ ਕਿਸੇ ਪਾਸੇ ਮੁੜਨ ਨੂੰ ਜਗ੍ਹਾ ਨਹੀਂ ਸੀ, ਸਿੱਧੀ ਰੋਡ ਜਾ ਰਹੀ ਸੀ ਤਾਂ ਲਾਲ ਕਿਲੇ ਨੂੰ ਜਾ ਰਹੀ ਸੀ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਉੱਥੇ ਗੱਲ ਹੋਈ ਤਿਰੰਗਾ ਦੇ ਬਰਾਬਰ ਆਪਣੇ ਜਿਹੜਾ ਝੰਡਾ ਲਹਿਰਾਇਆ ਕੇਸਰੀ, ਮੈਂ ਵੀ ਕੇਸਰੀ ਝੰਡੇ ਦਾ ਸਮਰਥਕ ਹਾਂ, ਪਰ ਇਹ ਨਹੀਂ ਵੀ ਕਿਤੇ ਆਪਾਂ ਗਲਤ ਕਰੀਏ। ਲੋਕਾਂ ਦੇ ਵਿੱਚ ਉਹਦਾ ਮੈਸੇਜ ਕੀ ਗਿਆ, ਅਤੇ ਜਦੋਂ ਝੰਡਾ ਚੜ੍ਹਾਇਆ ਤਾਂ ਉੱਥੋਂ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਕਿ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਵੀ ਤੁਸੀਂ ਕੀ ਕਰ ਰਹੇ ਹੋ। ਇੱਥੇ ਇੱਕ ਤਾਂ ਪਲੈਨਿੰਗ ਇਹ ਆਉਂਦੀ ਹੈ। ਅਤੇ ਇੱਕ ਮੈਂ ਮੀਡੀਆ ਵਾਲਿਆਂ ਨੂੰ ਵੀ ਕਹਿਣਾ ਹੈ, ਇੱਧਰਲੇ ਪਾਸੇ ਲਾਲ ਕਿਲੇ ਵਾਲੇ ਪਾਸੇ ਸਾਰਾ ਮੀਡੀਆ ਇਕੱਠਾ ਹੋ ਗਿਆ, ਉਹਨਾਂ ਨੇ ਬਾਕੀ ਪਰੇਡ ਜਿਹੜੀ ਬਿਲਕੁਲ ਸ਼ਾਂਤਮਈ ਨਿਕਲੀ ਹੈ ਉਹਨੂੰ ਨਹੀਂ ਦਿਖਾਇਆ। ਅਤੇ ਦੂਸਰੀ ਗੱਲ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜਿਹੜੇ ਤੋਂ ਮੈਨੂੰ ਜਿਹੜਾ ਬੁਰਾ ਲੱਗਿਆ ਦਿੱਲੀ ਦੇ ਵਿੱਚ ਕੀ ਲੱਗਿਆ। ਅਸੀਂ ਨਜਫਗੜ੍ਹ ਦੇ ਵਿੱਚ ਖੜ੍ਹੇ ਸੀ, ਮੈਂ ਔਰ ਮੇਰੇ ਦੋਸਤ, ਅਸੀਂ ਲਾਈਵ ਉੱਥੋਂ ਟੈਲੀਕਾਸਟ ਵੀ ਹੋ ਰਹੇ ਸੀ ਅਤੇ ਫੇਸਬੁੱਕ 'ਤੇ ਲਾਈਵ ਹੋ ਰਹੇ ਸੀਗੇ। ਉੱਥੋਂ ਦੇ ਬੱਚੇ, ਉੱਥੋਂ ਦੇ ਸਟੂਡੈਂਟ, ਉੱਥੋਂ ਦੀਆਂ ਲੇਡੀਜ਼, ਉੱਥੋਂ ਦੇ ਜੈਂਟਸ ਸਾਰੇ ਉੱਥੇ ਬਾਹਰ ਆ ਕੇ ਖੜ੍ਹੇ ਸੀ ਪਰੇਡ ਦੇਖਣ ਵਾਸਤੇ। ਅਤੇ ਸਟੂਡੈਂਟਾਂ ਦੇ ਹੱਥਾਂ ਦੇ ਵਿੱਚ ਇੱਕ ਬੈਨਰ ਫੜੇ ਹੋਏ ਸੀ ਜੀ ਵੀ ਅਸੀਂ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹਾਂ, ਕਿਸਾਨ ਵੀਰੋ ਤੁਹਾਡਾ ਸਾਡੇ ਮੁਹੱਲੇ 'ਚ, ਸਾਡੀ ਗਲੀ 'ਚ, ਸਾਡੀ ਸੜਕ 'ਤੇ ਆਉਣ ਲਈ ਸਵਾਗਤ ਹੈ। ਅਤੇ ਫੁੱਲ ਉੱਪਰ ਉਹ ਘੇਰ ਰਹੇ ਸੀ, ਸਿੱਟ ਰਹੇ ਸੀ ਫੁੱਲ ਕਿਸਾਨਾਂ ਦੇ ਉੱਪਰ। ਇੱਕ ਟਰੈਕਟਰ 5 ਕਿਲੋਮੀਟਰ ਤੋਂ ਪਿੱਛੋਂ ਆਉਂਦਾ, ਹਰਿਆਣੇ ਦਾ ਟਰੈਕਟਰ ਸੀ, ਕਿਸਾਨੀ ਦਾ ਝੰਡਾ ਲੱਗਿਆ ਸੀ ਉੱਤੇ, ਬੰਦੇ ਨਹੀਂ ਪਤਾ ਲੱਗਿਆ ਵੀ ਕਿਹੜੇ ਸੀ, ਮੈਂ ਨਹੀਂ ਜਾਣਦਾ ਸੀ। ਹਾਲਾਂਕਿ ਉਹ ਟਰੈਕਟਰ ਵੀ ਮੈਨੂੰ ਇਹ ਲੱਗਿਆ ਵੀ ਪਲਾਨਿੰਗ ਵਾਲਾ ਸੀ, ਪਲਾਨ ਇਹਨਾਂ ਨੇ ਕਰਿਆ ਹੋਇਆ ਸੀ।
ਉਹ ਉਧਰੋਂ ਆਇਆ, ਅਸੀਂ ਚੌਂਕ ਦੇ ਵਿੱਚ ਖੜੇ ਨਸ਼ਵਗੜ੍ਹ ਤੇ ਰੇਸਾਂ ਦਿੰਦਾ ਆਉਂਦਾ ਤੇ ਟਰੈਕਟਰ ਬਿਲਕੁਲ ਸਿੱਧਾ ਕਰ ਦਿੰਦਾ ਜਿਹੜੇ ਪਾਸੇ ਬੈਰੀਗੇਟ ਲੱਗੇ ਹੋਏ ਸੀ, ਤੁਸੀਂ ਜਾਣਾ ਨਹੀਂ। ਬੈਰੀਗੇਟ ਵੀ ਨਹੀਂ ਸੀ ਉੱਥੇ, ਇੱਕ ਟੈਂਟ ਲੱਗਿਆ ਸੀ, ਸਹੀ ਮੈਨੇਜ ਤਾਂ। ਪੁਲਿਸ ਇੱਕ ਸਾਈਡ ਖੜੀ ਸੀ, ਲੋਕ ਸਾਹਮਣੇ ਖੜੇ ਸੀ। ਟੈਂਟ ਦੇ ਮੂਹਰੇ ਦੋ ਲੇਡੀਜ਼ ਲੇਡੀਜ਼ ਬੈਠੀਆਂ ਸੀ ਤੇ ਉਹ ਜਿਹੜੀ ਮੈਡੀਸਨ ਲੋਕਾਂ ਨੂੰ ਦੇ ਰਹੀਆਂ ਸੀ, ਆਪਣੇ ਕਿਸਾਨਾਂ ਨੂੰ ਲਾ ਲਓ ਜਾਂ ਕੋਈ ਉੱਥੇ ਜਿਹਨੂੰ ਵੀ ਲੋੜ ਸੀ। ਉਹਨਾਂ ਬੰਨੀ ਉਹਨਾਂ ਨੇ ਟਰੈਕਟਰ ਸਿੱਧਾ ਕੀਤਾ ਤੇ ਦੋ ਬੰਦਿਆਂ ਨੇ ਦੋਨੇ ਕੁੜੀਆਂ ਦੀਆਂ ਉਹਨਾਂ ਦੀਆਂ ਬਾਹਾਂ ਫੜ ਕੇ ਆਸੇ-ਪਾਸੇ ਖਿੱਚਦੀਆਂ, ਨਹੀਂ ਤਾਂ ਉਹ ਲੱਦੜ ਦੇਣੀਆਂ ਸੀ ਟਰੈਕਟਰ ਨੇ ਉਸਨੇ। ਉਸੇ ਟਾਈਮ ਹੀ ਜਿਹੜੀ 84 ਤੋਂ ਬਾਅਦ ਆਪਣੇ ਪੰਜਾਬੀਆਂ ਲਈ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਪਿਆਰ ਕਿਸਾਨੀ ਦੇ ਝੰਡੇ ਹੇਠ ਪੈਦਾ ਹੋਇਆ ਸੀ ਵੀ ਨਹੀਂ ਪੰਜਾਬੀ ਬਹੁਤ ਵਧੀਆ ਹੈ। ਉੱਥੋਂ ਦੇ ਜਿਹੜੇ ਲੋਕ ਸੀ ਉਹ ਕਹਿਣ ਲੱਗੇ ਯਾਰ ਆਹ ਕਿਸਾਨ ਆ, ਯਾਰ ਆਹ ਕੀ ਕਰਦੇ ਆ। ਬਿਲਕੁਲ ਮਾੜਾ ਕਹਿਣਗੇ। ਜਿਹੜਾ ਤੰਦ 84 ਤੋਂ ਬਾਅਦ ਜੁੜਨਾ ਸ਼ੁਰੂ ਹੋਇਆ ਸੀ ਉਹ ਟੁੱਟ ਗਿਆ। ਮੈਨੂੰ ਇਹ ਬਹੁਤ ਬੁਰਾ ਲੱਗਿਆ। ਹਾਲਾਂਕਿ ਦਿੱਲੀ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਵੀ 70% ਜਨਤਾ ਨੂੰ ਇਹ ਨਹੀਂ ਪਤਾ ਵੀ ਖਾਲਿਸਤਾਨੀ ਝੰਡਾ ਜਿਹੜਾ ਤੇ ਕੇਸਰੀ ਝੰਡਾ ਹੈ ਉਹਨਾਂ ਦੀ ਬਣਤਰ ਇੱਕੋ ਜਿਹੀ ਆ ਵੀ ਉਹ ਖਾਲਿਸਤਾਨੀ ਜਾਂ ਕੇਸਰੀ ਹੈ। ਠੀਕ ਹੈ, ਮੈਨੂੰ ਇਸ ਗੱਲ ਦਾ ਬੁਰਾ ਜੀ। ਹੋਰ ਚਲੋ ਜੋ ਹੋਇਆ, ਪਰ ਮੈਂ ਇੱਕ ਹੋਰ ਵੀ ਮੰਨਦਾ ਜਿਹੜਾ ਅੰਦੋਲਨ ਹੈ, ਰਸਤੇ ਦੇ ਵਿੱਚ ਪੱਥਰ ਆਉਂਦਾ ਹੈ, ਠੇਡਾ ਖਾ ਕੇ ਇੱਕ ਵਾਰੀ ਬੰਦਾ ਡਿੱਗ ਪੈਂਦਾ ਤਾਂ ਉੱਠ ਕੇ ਫਿਰ ਚਲਾ ਜਾਂਦਾ, ਪੱਥਰ ਉੱਥੇ ਪਿਆ ਰਹਿੰਦਾ ਤੇ ਉਹ ਕੋਈ ਬਾਹਲੀ ਵੱਡੀ ਗੱਲ ਨਹੀਂ। ਪਰ ਅੰਦੋਲਨ ਕਾਮਯਾਬ ਹੈ ਤੇ ਰਹੂਗਾ ਤੇ ਅੰਦੋਲਨ ਦੇ ਨਾਲ ਸੀ। ਤੇ ਹਾਂ ਬਿਲਕੁਲ ਦੇਖੋ ਗੱਲ ਇਹੀ ਹੈ, ਜਿਸ ਤਰ੍ਹਾਂ ਇਹਨਾਂ ਨੇ ਇੱਕ ਗੱਲ ਕੀਤੀ ਵੀ ਹਰਡਲਸ ਆਉਂਦੀਆਂ, ਕਈ ਵਾਰੀ ਠੋਕਰ ਖਾ ਕੇ ਡਿੱਗਦਾ ਬੰਦਾ, ਥੋੜ੍ਹਾ ਜਿਹਾ ਹੋਰ ਸੁਚੇਤ ਹੋ ਜਾਂਦਾ ਵੀ ਨਹੀਂ ਯਾਰ ਵੀ ਮੈਂ ਜਿਹੜਾ ਯਾਰ ਹੋਰ ਵੀ ਜ਼ਿਆਦਾ ਸੰਭਲ ਕੇ ਚੱਲਣਾ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਵੀ ਉਹ ਜਿਹੜਾ ਟਰੈਕਟਰ ਸੀ ਉਹ ਹਰਿਆਣਾ ਨੰਬਰ ਦਾ ਸੀ, ਹੈ ਨਾ। ਨਾਲੇ ਇੱਕ ਗੱਲ ਹੋਰ ਤੁਸੀਂ ਇਹ ਦੇਖੋ ਵੀ ਜਦੋਂ ਸ਼ਾਂਤਮਈ ਢੰਗ ਨਾਲ ਸਾਰਾ ਕੁਝ ਜਾ ਰਿਹਾ, ਪਿੱਛੋਂ ਟਰੈਕਟਰ ਆ ਰਿਹਾ, ਕਿਤੇ ਨਾ ਕਿਤੇ ਸ਼ੱਕ ਦੀ ਸੂਈ ਹੈ ਜਿਹੜੀ ਉਹ ਕਿਸੇ ਹੋਰ ਪਾਸੇ ਜਾਂਦੀ ਹੈ। ਇਹ ਹੁਣ ਮੈਂ ਪੁੱਛਦਾ ਡਾਕਟਰ ਆਪਣਾ ਗੁਰਦੇਵ ਸਿੰਘ ਜੀ ਨੂੰ ਵੀ ਕੀ ਕਹਿਣਾ ਚਾਹਣਗੇ। ਅਖਬਾਰੀ ਸਾਹਿਬ ਦੇ ਸਾਥੀ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਜੋ 26 ਜਨਵਰੀ ਨੂੰ ਦਿੱਲੀ 'ਚ ਵਾਪਰਿਆ, ਇਹ ਵਾਪਰਨਾ ਨਹੀਂ ਚਾਹੀਦਾ, ਕਿਉਂਕਿ ਕਿਸਾਨ ਅੰਦੋਲਨ ਬਿਲਕੁਲ ਸ਼ਾਂਤਮਈ ਸੀ। ਜਿਹੜਾ ਰੂਟ ਉਹਨਾਂ ਨੇ ਦਿੱਤਾ ਸੀਗਾ ਉਸ 'ਤੇ ਹੀ ਜਾ ਰਹੇ ਸੀ। ਪਰ ਹੁਣ ਸਾਰੀਆਂ ਵੀਡੀਓ ਵੇਖਣ 'ਤੇ, ਗੱਲਬਾਤ ਸੁਣਨ 'ਤੇ, ਉਹਨਾਂ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਨੇ ਦੋਨਾਂ ਪਾਸਿਓਂ, ਉਹ ਸੁਣ 'ਤੇ ਇਹ ਪਤਾ ਲੱਗਦਾ ਹੈ ਵੀ ਇਹ ਪਲੈਨਿੰਗ ਸੀਗੀ। ਪਲੈਨਿੰਗ ਬਣਾਉਂਦੀਆਂ ਨੇ ਸਰਕਾਰਾਂ, ਬਰਗਾੜੀ ਦੇ ਮੋਰਚੇ 'ਚ ਬਣਾਈ, 84 ਵੇਲੇ ਪਲੈਨਿੰਗਾਂ ਬਣਾਈਆਂ ਇਹਨਾਂ ਨੇ, ਲੋਕਾਂ ਦੇ ਘਰਾਂ 'ਚ ਵਾੜ ਕੇ ਰਾਤ ਨੂੰ ਤੇ ਤੜਕੇ ਉਹਨਾਂ ਦੇ ਘਰਾਂ ਨੂੰ ਫੜਨਾ ਕਰਨਾ। ਇਹ ਸਭ ਕੁਝ ਹੁਣ ਜਿਹੜੀਆਂ ਫਾਈਲਾਂ ਉਜਾਗਰ ਹੋ ਰਹੀਆਂ ਨੇ ਵੀ ਏਜੰਸੀਆਂ ਕੀ ਕਰਦੀਆਂ ਨੇ। ਏਡੇ ਵੱਡੇ ਅੰਦੋਲਨ ਦੇ ਵਿੱਚ ਜੇ ਆਪਾਂ ਨਿਰਾ ਦੋਸ਼ ਸਾਡੇ ਆਗੂਆਂ ਨੂੰ ਦਈਏ, ਤੇ ਆਗੂਆਂ ਨੇ ਤੇ ਬਿਲਕੁਲ ਸ਼ਾਂਤਮਈ ਜਿਹੜਾ ਸੰਯੁਕਤ ਮੋਰਚਾ ਹੈ ਉਹਨਾਂ ਵੱਲੋਂ ਜਿਹੜਾ ਮਾਰਚ ਕੀਤਾ ਗਿਆ ਬਿਲਕੁਲ ਸਹੀ ਜਿਹੜਾ ਰੂਟ ਦਿੱਤਾ ਸੀ ਉਸ 'ਤੇ, ਜਿਹੜਾ ਡਾਈਵਰਟ ਕੀਤਾ ਉਹ ਕਹਿੰਦੇ ਪੁਲਿਸ ਨੇ ਕੀਤਾ, ਉਹ ਸਾਰਾ ਪਤਾ ਲੱਗ ਗਿਆ। ਸੋ ਹਜੇ ਵੀ ਮੈਂ ਕਹਿੰਦਾ ਵੀ ਸਾਡਾ ਜਿਹੜਾ ਇਹ ਮੋਰਚਾ ਚੱਲ ਰਿਹਾ ਕਿਸਾਨਾਂ ਦਾ, ਇਹਨਾਂ ਨੂੰ ਬੜੀ ਸੂਝ-ਬੂਝ ਤੋਂ ਕੰਮ ਲੈ ਕੇ ਚੱਲਣਾ ਚਾਹੀਦਾ ਹੈ, ਤਾਂ ਕਿ ਹੋਰ ਵੀ ਕੁਛ ਐਸੇ ਅਨਸਰ ਜਿਹੜੇ ਆ ਅੱਗੇ ਫੜੇ ਇਹਨਾਂ ਨੇ, ਵਿੱਚ ਉਹ ਪੱਧਰ ਕਰਨ ਵਾਲੇ ਜਿਹੜੇ ਵਿੱਚ ਬੰਦੇ ਫੜੇ ਸੀਗੇ ਉਹ ਫੜ ਕੇ ਪੁਲਿਸ ਨੂੰ ਵੀ ਫੜਾਏ ਨੇ। ਪਰ ਪੁਲਿਸ ਵੱਲੋਂ ਉਹਨਾਂ ਬੰਦਿਆਂ ਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਦੱਸੀ ਗਈ। ਇਸ ਤੋਂ ਹੀ ਪਤਾ ਲੱਗਦਾ ਸੀ ਵੀ ਇਹ ਕੁਛ ਨਾ ਕੁਛ ਇੱਥੇ ਹੋਣਾ ਹੈ, ਵਾਪਰਨਾ ਹੈ, ਤੇ ਉਹ ਵਾਪਰ ਗਿਆ। ਦੀਪ ਸਿੱਧੂ ਨੂੰ ਮੈਂ ਤੜਕੇ ਅੱਜ 5 ਵਜੇ ਉੱਠ ਕੇ ਦੀਪ ਸਿੱਧੂ ਲਾਈਵ ਹੋਇਆ ਹੋਇਆ ਸੀ, ਤਾਂ ਉਹਨੂੰ ਮੈਂ ਸੁਣਿਆ, ਉਹ ਕਹਿੰਦਾ ਇਹ ਤਾਂ ਕਿਸਾਨ ਯੂਨੀਅਨ ਨੂੰ ਸਾਨੂੰ ਸ਼ਾਬਾਸ਼ ਦੇਣੀ ਚਾਹੀਦੀ ਆ ਵੀ ਅਸੀਂ ਐਡਾ ਵੱਡਾ ਕੰਮ ਕਰਤਾ, ਵੀ ਅੱਜ ਅਸੀਂ ਇੰਨਾ ਕੀਤਾ, ਕੱਲ੍ਹ ਨੂੰ ਅਸੀਂ ਹੋਰ ਕਰਾਂਗੇ। ਉਹਦੀ ਮਨਸ਼ਾ ਹੀ ਇਹ ਸੀ ਵੀ ਇਹ ਹਿੰਸਕ ਹੋਵੇ। ਕਹਿੰਦਾ ਗੋਲੀ ਨਹੀਂ ਚਲਾਈ, ਪੁਲਿਸ ਵਾਲਿਆਂ ਨੇ ਗੋਲੀ ਚਲਾਈ ਨਹੀਂ ਸਾਡੇ 'ਤੇ, ਫਿਰ ਚਲਾ ਦਿੰਦੇ, ਸਾਨੂੰ ਮਾਰ ਦਿੰਦੇ। ਸੋ ਇਹ ਗੱਲਾਂ ਦੱਸਦੀਆਂ ਨੇ ਵੀ ਇਹ ਬਿਲਕੁਲ ਪਲੈਨਿੰਗ ਸੀਗੀ, ਅਤੇ ਇਹ ਸਰਕਾਰਾਂ ਇਹ ਕਰਦੀਆਂ ਹੀ ਹੁੰਦੀਆਂ ਨੇ। ਅੰਦੋਲਨ ਚੱਲਦੇ ਨੇ 1857 ਤੋਂ ਲੈ ਕੇ 1947 ਤੱਕ ਅੰਦੋਲਨ ਹੀ ਚੱਲੀ ਗਿਆ ਹਿੰਦੁਸਤਾਨ 'ਚ, ਬਾਅਦ 'ਚ ਆਜ਼ਾਦੀ ਮਿਲੀ। ਉਸੇ ਤਰ੍ਹਾਂ ਇਹ ਜਾਣਗੇ ਨਾ ਹਾਰ ਜਾਣਗੇ ਅਗਲੇ, ਜੇ ਹੁਣ ਇਹੋ ਜਿਹੀਆਂ ਇਹਨਾਂ ਦੀਆਂ ਕਾਰਵਾਈਆਂ ਜਾਂ ਗਤੀਵਿਧੀਆਂ ਸਰਕਾਰ ਦੀਆਂ ਆ ਰਹੀਆਂ, ਅਤੇ ਆਉਂਦੀਆਂ ਇਲੈਕਸ਼ਨਾਂ 'ਚ ਲੋਕ ਇਹਨਾਂ ਨੂੰ ਪਾਸੇ ਕਰ ਦੇਣਗੇ। ਗੱਲ ਇਹ ਆ ਡੈਮੋਕ੍ਰੇਸੀ ਤੇ ਇਹੀ ਆ ਨਾ ਵੀ ਲੋਕਾਂ ਦੀ ਆਵਾਜ਼ ਪਹੁੰਚੇ, ਅਤੇ ਉਹ ਹੁਣ ਸਾਰੀ ਦੁਨੀਆ 'ਤੇ ਪਹੁੰਚ ਰਹੀ ਆ, ਦੁਨੀਆ ਵੇਖ ਰਹੀ ਆ। ਦੇਖੋ ਗੁਰੂ ਭਲਾ ਕਰੇ, ਬਸ ਅਸੀਂ ਕਹਿ ਸਕਦੇ ਹਾਂ। ਦੇਖੋ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ। ਕਈ ਵਾਰੀ ਕਈ ਗੱਲਾਂ ਨਾ ਜਿਹੜੀਆਂ ਕਿਉਂਕਿ ਸਮਝ ਤੋਂ ਪਰੇ ਹੁੰਦੀਆਂ, ਕਿਉਂਕਿ ਜਿਹੜਾ ਇੱਕ ਕਿਸਾਨੀ ਮੁੱਦਾ ਚੱਲ ਰਿਹਾ ਸੀਗਾ, ਇਹ ਸੰਘਰਸ਼ ਚੱਲ ਰਿਹਾ ਸੀ, ਮੈਨੂੰ ਨਹੀਂ ਲੱਗਦਾ ਵੀ ਇਹਦਾ ਕਦੇ ਵੀ ਮੋਟਿਵ ਇਹ ਰਿਹਾ ਵੀ ਅਸੀਂ ਲਾਲ ਕਿਲ੍ਹੇ 'ਤੇ ਜਾ ਕੇ ਕੇਸਰੀ ਝੰਡਾ ਲਹਿਰਾਉਣਾ।
ਇਹ ਨਹੀਂ ਰਿਹਾ। ਜਦੋਂ ਵੀ ਮਾਰਚ ਦੀ ਗੱਲ ਕੀਤੀ ਗਈ ਤਾਂ ਸਿਰਫ ਮਾਰਚ ਦੀ ਗੱਲ ਹੋਈ ਹੈ, ਉਹਦੇ ਵਿੱਚ ਕਿਸਾਨਾਂ ਦੀ ਝੰਡਾ ਜਿਹੜਾ ਆ ਕਹਾਂ ਮੈਂ ਕੇਸਰੀ ਝੰਡਾ ਜਿਹੜਾ ਉਹ ਲਹਿਰਾਉਣ ਦੀ ਕਦੀ ਗੱਲ ਨਹੀਂ ਹੋਈ। ਕਿਉਂ ਕੀ ਕੁਝ ਕਹਿਣਾ ਚਾਹ ਰਹੇ ਹੋ ਤੁਹਾਡਾ? ਮੈਂ ਫੜਿਆ ਮਾਈਕ, ਕੋਈ ਗੱਲ ਨਹੀਂ, ਤੁਸੀਂ ਬੋਲੋ। ਲਾਲ ਕਿਲੇ ਤੇ ਜਦੋਂ ਪਹਿਲਾ ਝੰਡਾ ਜਿੰਨੇ ਵਾਰੀ ਵੀ ਲਹਿਰਾਇਆ ਜੀ, ਉਹਦੇ ਤੇ ਰਾਜ ਕਰਦਾ ਸ਼ਾਸਨ ਉੱਥੇ ਬਹਿੰਦਾ ਹੁੰਦਾ ਸੀ। ਅੱਜ ਉੱਥੇ ਕੌਣ ਸੀ? ਕੱਲਾ ਝੰਡਾ ਲਹਿਰਾ ਕੇ ਮੁੜਿਆ ਏ। ਫਿਰ ਮੋਦੀ ਨਾਲ ਹੀ ਆਪਣੀ ਲੜਾਈ ਤਾਂ ਫਿਰ ਮੋਦੀ ਕੋਲੇ ਚਲੇ ਜਾਂਦੇ ਜੀ। ਉਹ ਬਿੱਲ ਵਾਪਸ ਮੋਦੀ ਨਹੀਂ ਲੈ ਰਿਹਾ, ਉਹਦੀ ਸਰਕਾਰ ਨਹੀਂ ਲੈ ਰਹੀ। ਲਾਲ ਕਿਲਾ ਤਾਂ ਉੱਥੇ ਹੀ ਰਹਿਣਾ ਜੀ। ਝੰਡੇ ਦਾ ਮਤਲਬ ਆਪਾਂ ਜਿਹੜਾ ਆਪ ਦਾ ਜਿਹੜਾ ਆਪਣਾ ਏਜੰਡੇ ਨੇ, ਮੁੱਦੇ ਨੇ, ਉਹ ਆਪਾਂ ਛੱਡ ਤੇ ਹੋਰ ਪਾਸੇ ਆਪਾਂ ਚਲੇ ਗਏ। ਬਿਲਕੁਲ ਗੱਲ ਇਹ ਹੈ ਵੀ ਆਪਾਂ ਆਪਦੇ ਮੁੱਦੇ ਨਾ ਛੱਡੀਏ, ਮੁੱਦਾ ਉੱਥੇ ਦੀ ਉੱਥੇ ਕਾਇਮ ਰਹਿਣਾ ਚਾਹੀਦਾ। ਇਹ ਜਿਹੜੇ ਪਲੈਨਿੰਗ ਦੇ ਤੌਰ ਤੇ ਕੰਮ ਹੋਇਆ ਜੀ, ਦੇਖੋ ਉਹ ਹੋ ਗਿਆ, ਸਰਕਾਰਾਂ ਦਾ ਹੁਣ ਸਾਹਮਣੇ ਆ ਗਿਆ ਜੀ, ਪਲੈਨਿੰਗ ਕੀਤੀ ਹੋਈ ਹੈ। ਤੇ ਮੈਂ ਕਹਿੰਦਾ ਉੱਥੇ ਜਿਹੜੇ ਕਿਸਾਨ ਉਹ ਬੈਠੇ ਰਹਿਣ, ਡਟੇ ਰਹਿਣ, ਹਿੱਲਣ ਨਾ। ਬਿਲਕੁਲ। ਜਦੋਂ ਵੀ ਅਸੀਂ ਚਰਚਾ ਕਰਦੇ ਸੀ, ਕਿਉਂਕਿ ਡਾਕਟਰ ਦਰਸ਼ਨ ਹੋਣੀ ਜਿਹੜੇ ਨੇ ਬੜੇ ਸੂਝਵਾਨ ਇਨਸਾਨ ਹੈ, ਹਰ ਗੱਲ ਨੂੰ ਬੜਾ ਘੋਖ ਕੇ ਕਰਦੇ ਆ। ਮੇਰੇ ਯਾਦ ਹੈ ਪਿਛਲੇ ਦਿਨੀ ਕਾਫੀ ਵਾਰੀ ਜਦੋਂ ਚਰਚਾ ਹੁੰਦੀ ਸੀ ਤਾਂ ਇਹ ਗੱਲ ਕਰਦੇ ਹੁੰਦੇ ਸੀ ਵੀ ਯਾਰ ਮੈਨੂੰ ਖਦਸ਼ਾ ਹੈ ਵੀ ਜੋ ਵੀ ਇਹ ਹੋ ਰਿਹਾ ਇਹਦੇ ਵਿੱਚ ਕੁਝ ਸ਼ਾਂਤਮਈ ਢੰਗ ਨਾਲ ਹੋ ਜਾਵੇ। ਤੇ ਉਹ ਜਿਹੜਾ ਤੁਹਾਡਾ ਖਦਸ਼ਾ ਸੀ ਡਾਕਟਰ ਸਾਹਿਬ, ਤੁਹਾਨੂੰ ਕਿਤੇ ਲੱਗਦਾ ਹੁੰਦਾ ਸੀ ਨਾ ਵੀ ਯਾਰ ਇਹ ਐ ਹੋ ਨਾ ਜਾਵੇ, ਕਿਉਂਕਿ ਤੁਹਾਨੂੰ ਲੱਗਦਾ ਸੀ ਵੀ ਖਦਸ਼ਾ, ਕਿਉਂਕਿ ਜਿਹੜਾ ਸਿਆਣਾ ਇਨਸਾਨ ਹੁੰਦਾ ਨਾ ਬੜਾ ਘੋਖ ਕੇ ਜਦੋਂ ਗੱਲ ਕਰਦਾ ਤਾਂ ਉਹ ਅੰਦਰ ਤੱਕ ਜਾਂਦਾ। ਤਾਂ ਅੱਜ ਵੀ ਦੇਖਦਾ ਕਿ ਇਸ ਮੁੱਦੇ ਦੇ ਉੱਤੇ ਅੰਦਰ ਤੱਕ ਜਾ ਕੇ ਡਾਕਟਰ ਸਾਹਿਬ ਕੀ ਕਹਿਣਾ ਚਾਹਣਗੇ? ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅੱਜ ਫਿਰ ਕਹਿਣਾ ਕਿ ਮੈਂ ਮੁੱਦਾ ਜਿਹੜਾ ਹੈ ਡਿਸਕਸ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੋ ਕੁਝ ਹੋਇਆ ਇਹ ਠੀਕ ਨਹੀਂ ਹੋਇਆ। ਜੋ ਕੁਝ ਵੀ ਹੋਇਆ, ਝੰਡੇ ਦੀ ਗੱਲ ਚੱਲੀ ਹੈ। ਜੇ ਝੰਡਾ ਖਾਲਿਸਤਾਨੀ ਨਹੀਂ ਸੀ, ਉਹ ਦੂਸਰਾ ਧਾਰਮਿਕ ਚਿੰਨ੍ਹ ਸੀ, ਤਾਂ ਉਹ ਧਾਰਮਿਕ ਸਥਾਨਾਂ 'ਤੇ ਸੋਭਦਾ, ਉਹ ਉੱਥੇ ਉਹਦਾ ਕੋਈ ਅਰਥ ਨਹੀਂ। ਉੱਥੇ ਉਸਦਾ ਉਹ ਧਾਰਮਿਕ ਸਥਾਨਾਂ 'ਤੇ ਝੂਲਣਾ ਚਾਹੀਦਾ ਹੈਗਾ, ਉੱਥੇ ਉਹਦਾ ਕੋਈ ਅਰਥ ਨਹੀਂਗਾ। ਇਹ ਸ਼ਰੇਆਮ ਨੈਸ਼ਨੈਲਿਟੀ ਨੂੰ ਚੈਲੰਜ ਹੈ। ਕਿਸੇ ਨੇ ਵੀ ਕੀਤਾ, ਵਿੱਚ ਬੰਦੇ ਮਾੜੇ ਵੀ ਹੁੰਦੇ ਆ, ਬੰਦੇ ਚੰਗੇ ਵੀ ਹੁੰਦੇ ਆ, ਪਰ ਮੈਂ ਜੋ ਮਤਲਬ ਦੇਖ ਰਿਹਾ ਹੈਗਾ, ਮੈਂ ਉਹਦੇ ਬਾਰੇ ਕੋਈ ਡਿਸਕਸ ਨਹੀਂ ਕਰਨਾ ਚਾਹੁੰਦਾ। ਔਰ ਮੈਂ ਸਮਝਦਾ ਵੀ ਜਿਹੜਾ ਇਸ ਘੋਲ ਦਾ ਆਗੂ ਆ ਨਾ, ਮੈਂ ਉਸ ਨੂੰ ਸੱਦਾ ਦਿੰਦਾ ਵੀ ਉਹ ਮੇਰੇ ਨਾਲ ਵੀ ਤੁਸੀਂ ਕੀ ਚੀਜ਼ੋਂ ਇਹ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਮੇਰੇ ਨਾਲ ਟੀਵੀ ਤੇ ਡਿਸਕਸ ਕਰ ਲੇ, ਤਾਂ ਮੈਂ ਪੂਰੀ ਤਰ੍ਹਾਂ ਤਿਆਰ ਹਾਂ ਇਸ ਗੱਲ ਤੋਂ। ਔਰ ਉਹ ਬੰਦਾ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕੂਗਾ। ਮੈਂ ਟੀਵੀ ਤੇ ਜਾਣ ਨੂੰ ਤਿਆਰ ਹਾਂ। ਮੈਂ ਇਹ ਸਟੇਜ ਨਹੀਂ ਮਤਲਬ ਕਿ ਮੈਂ ਐਡਾ ਵੱਡਾ ਮਸਲਾ ਇੱਥੇ ਆਪਦਾ ਡਿਟੇਲ 'ਚ ਡਿਸਕਸ ਕਰ ਸਕਾਂ। ਠੀਕ ਹੈ। ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਫਸਟ ਡਿਜ਼ਰਵ ਐਂਡ ਦੈਨ ਡਿਜ਼ਾਇਰ। ਬਿਲਕੁਲ। ਕੀ ਅਸੀਂ ਇਹ ਡਿਜ਼ਰਵ ਕਰਦੇ ਹਾਂ? ਅਸੀਂ ਵਿਸ਼ਵਾਸ ਪਾਤਰ ਹੀ ਨਹੀਂ ਰਹੇ ਇਸ ਘਟਨਾ ਕਰਕੇ। ਅਸੀਂ ਵਿਸ਼ਵਾਸ ਪਾਤਰ ਨਹੀਂ ਰਹੇ, ਨਾ ਦੁਨੀਆ ਦੇ ਵਿੱਚ ਰਹੇ ਹਾਂ ਜੋ ਦੇਖ ਰਹੀ ਹੈ, ਨਾ ਅਸੀਂ ਆਪਣੀ ਸਟੇਟ ਦੇ ਵਿੱਚ ਰਹੇ ਹਾਂ, ਨਾ ਹਿੰਦੁਸਤਾਨ ਦੇ ਵਿੱਚ ਰਹੇ। ਕਿਵੇਂ 1984 ਦੀ ਗੱਲ ਕੀਤੀ ਹੈ, ਇੰਦਰਾ ਗਾਂਧੀ ਨੂੰ ਮਾਰਿਆ ਗਿਆ। ਮੈਂ ਉਹਨੂੰ ਸਹੀ ਨਹੀਂ ਮੰਨਦਾ, ਬਹੁਤ ਗਲਤ ਸੀ। ਅਸੀਂ ਉੱਥੇ ਵੀ ਵਿਸ਼ਵਾਸਘਾਤ ਕੀਤਾ। ਠੀਕ ਆ। ਇੱਥੇ ਜੋ ਮਰਜ਼ੀ ਹੋਇਆ, 300 ਬੰਦਾ ਕੈਨੇਡਾ ਦੇ ਜਹਾਜ਼ ਦੇ ਵਿੱਚ ਸੀ, ਤਲਵਿੰਦਰ ਸਿੰਘ ਹੋਰਾਂ ਨੇ ਬੰਬ ਲਾ ਕੇ ਉਡਾਤਾ ਸੀ, ਉਦੋਂ ਵਿਸ਼ਵਾਸਘਾਤੀ ਕੀਤੀ ਹੈ। ਅੱਜ ਫਿਰ ਅਸੀਂ ਕਹਿੰਦੇ ਹਾਂ ਅਸੀਂ ਰੂਟ 'ਤੇ ਸਾਨੂੰ ਮਤਲਬ ਅਸੀਂ ਉਸ ਰੂਟ 'ਤੇ ਗਏ ਹਾਂ। ਇਹ ਬਿਲਕੁਲ ਇਹ ਗਲਤ ਹੈਗੀ ਆ। ਇਹ ਕੁਨਬਾ ਪਰਵਰੀ ਹੈ। ਦਰਸ਼ਨਪਾਲ ਵੀ ਵੱਖਰੇ ਰੂਟ 'ਤੇ ਗਿਆ। ITO ਦੇ ਵਿੱਚ ਜੋ ਕੁਝ ਹੋਇਆ, ਉਹ ਕਹਿੰਦੇ ਸਾਨੂੰ ਹਟਾਇਆ ਨਹੀਂ ਆ, ਉਹਨਾਂ ਦੀਆਂ ਲੱਤਾਂ ਟੁੱਟੀਆਂ ਨੇ। ਉਹ ਕੰਧਾਂ ਤੋਂ 12-13 ਫੁੱਟ ਦੀ ਕੰਧ ਆ, ਜਦੋਂ ਛਾਲ ਮਾਰ ਕੇ ਉਹ ਬਚੇ ਨੇ। ਟਰੈਕਟਰ ਉਹਨਾਂ 'ਤੇ ਚੜ੍ਹਾ ਕੇ ਮਤਲਬ ਘੁਮਾਉਣ ਦੀ ਤਿਆਰੀ ਕੀਤੀ ਗਈ ਹੈ। ਜੋ ਫੈਸਲਾ ਕੀਤਾ ਗਿਆ ਸੀ, ਉਹ ਸਾਰੇ ਹਥਿਆਰ ਖੰਡੇ ਘੁੰਮਦੇ ਮੈਂ ਦੇਖੇ ਨੇ ਉੱਥੇ, ਮਤਲਬ ਉਸ ਦੇ ਵਿੱਚ। ਠੀਕ ਹੈ। ਉਹਨਾਂ ਕੋਲੇ ਹਰ ਕਿਸਮ ਦਾ ਹਥਿਆਰ ਸੀਗਾ। ਠੀਕ ਹੈ। ਜੋ ਕੁਛ ਕਿਹਾ ਗਿਆ ਸੀ ਕਿ ਨਹੀਂ ਆਉਣਾ। ਇੱਕ ਟਰੈਕਟਰ 'ਤੇ 4 ਬੰਦੇ ਸੀ, ਟਰੈਕਟਰ 'ਤੇ ਉਹਨਾਂ ਨੇ ਭਰੇ ਹੋਏ ਸੀ, ਉਹੀ ਬੋਨਟਾਂ 'ਤੇ ਚੜ੍ਹੇ ਹੋਏ ਸੀ। ਜੋ ਲਿਖਤਾ ਸੀ ਇੱਕ ਇੱਕ ਅੱਖਰ ਦਾ ਉਹਨਾਂ ਨੇ ਮਤਲਬ ਵਿਰੋਧ ਕੀਤਾ। ਅਸੀਂ ਫਿਰ ਵਿਸ਼ਵਾਸਘਾਤ ਕੀਤਾ। ਅਸੀਂ ਵਿਸ਼ਵਾਸ ਪਾਤਰ ਨਹੀਂ ਰਹੇ। ਸਾਡੇ 'ਤੇ ਯਕੀਨ ਨਹੀਂ ਰਿਹਾ, ਮਤਲਬ ਕਿਸੇ ਨੂੰ ਵੀ। ਜਿਹੜਾ ਕੁਛ ਅਸੀਂ ਤੁਹਾਨੂੰ ਇਹ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਚਾਲ ਸੀ, ਬਿਲਕੁਲ ਚਾਲ ਹੋ ਸਕਦੀ ਹੈ। ਮੈਂ ਨਹੀਂ ਸਮਝਦਾ ਵੀ ਉਹਨਾਂ ਦੀ ਚਾਲ ਨਹੀਂ ਹੋ ਸਕਦੀ, ਇਹ ਹੋ ਸਕਦੀ ਹੈ। ਪਰ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ। ਅਸੀਂ ਇਸ ਨੂੰ ਮੰਨੋ ਕਿ ਅਸੀਂ ਇੱਕ ਸਮਾਜ ਵਿਰੋਧੀ ਕਾਰਵਾਈ ਕੀਤੀ ਹੈ। ਇੱਕ ਅਸੀਂ ਨੇਸ਼ਨ ਨੂੰ, ਸਾਡੀ ਨੈਸ਼ਨਲ ਸਪਿਰਿਟ ਖਤਮ ਹੋ ਗਈ ਉਸ ਗੱਲ ਦੇ ਵਿੱਚ। ਮਤਲਬ ਇਹ ਸਾਨੂੰ ਜਿਹੜਾ ਸੀਗਾ ਨਹੀਂ ਸੀ ਕਰਨ ਸਕਦਾ। ਜਿੰਨਾ ਮੈਨੂੰ ਦੁੱਖ ਹੋਇਆ, ਮੇਰੇ ਖਿਆਲ 'ਚੋਂ ਕਿਸੇ ਨੂੰ ਵੀ ਨਹੀਂ ਹੋਇਆ ਹੋਣਾ।
ਇਹ ਸਾਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਸਾਨੂੰ ਡਿਜ਼ਰਵ ਕਰਨਾ ਚਾਹੀਦਾ ਪਹਿਲਾਂ, ਠੀਕ ਹੈ। ਹੁਣ ਮੈਂ ਇੱਥੇ ਕਹਾਂ ਵੀ ਅਸੀਂ ਕੀ ਆ ਕੀ ਨਹੀਂ ਆ, ਮੇਰੇ ਕੋਲੇ ਸਬੂਤ ਆ। ਮੈਂ ਇੱਕ ਹਿਸਟਰੀ ਪੜ੍ਹੀ ਸੀ ਥੋੜ੍ਹੀ ਜਿਹੀ ਇਸ ਤੋਂ, ਤੇ ਮੈਨੂੰ ਥੋੜ੍ਹੀ ਜਿਹੀ ਮਿਲ ਗਈ ਸੀ ਗੂਗਲ ਤੋਂ, ਜੋ ਮੈਂ ਦਿਖਾਵਾਂ ਇੱਥੇ ਵੀ ਮੈਗਨੀਫਾਈ ਕੀਤੀ ਜਾਵੇ, ਮੈਂ ਉਹ ਵੀ ਨਹੀਂ ਚਾਹੁੰਦਾ। ਮੈਂ ਇਸ ਗੱਲ ਨੂੰ ਚੈਲੰਜ ਕਰਦਾ ਇਹਨਾਂ ਬੰਦਿਆਂ ਨੂੰ ਕਿ ਇਹਨਾਂ ਨੇ ਜੋ ਕੁਛ ਕੀਤਾ ਬਹੁਤ ਗਲਤ ਕੀਤਾ। ਵੀ ਸਾਨੂੰ ਪਹਿਲਾਂ ਆਪਣਾ ਜਿਹੜਾ ਹੈਗਾ ਜੋ ਅਸੀਂ ਅਸੀਂ ਸਾਨੂੰ ਸ਼ੋਅ ਕਰਨਾ ਚਾਹੀਦਾ। ਸਾਡਾ ਕਿਰਦਾਰ ਫਿਰ ਖਰਾਬ ਹੋਇਆ, ਬੇਸ਼ੱਕ ਕਿਸੇ ਨੇ ਕੀਤਾ, ਬੇਸ਼ੱਕ ਕਿਸੇ ਨੇ ਕੀਤਾ। ਬਿਲਕੁਲ ਡਾਕਟਰ ਸਾਹਿਬ ਉੱਥੇ ਦੋ ਮੈਂ ਬਿਲਕੁਲ ਇੱਕ ਮਿੰਟ, ਮੈਂ ਇਹ ਦੇਖੋ ਡਾਕਟਰ ਸਾਹਿਬ ਦੀ ਇਸ ਗੱਲ ਨਾਲ ਤਾਂ ਸਹਿਮਤ ਹਾਂ ਵੀ ਸਾਡਾ ਕਿਰਦਾਰ ਹੈ ਜਿਹੜਾ ਉਹ ਥੋੜਾ ਖਰਾਬ ਹੋਇਆ, ਬੇਸ਼ੱਕ ਕਿੰਨੇ ਕੀਤਾ। ਇਸ ਗੱਲ ਤੇ ਜਿਹੜੀ ਬਹੁਤ ਵੱਡਾ ਇਹਦੇ ਵਿੱਚ ਆ ਗਈ ਗੱਲ ਵੀ ਅਸੀਂ ਕੀਤਾ ਕਿ ਉਹਨਾਂ ਨੇ ਕੀਤਾ। ਇਹ ਗੱਲ ਜਿਹੜੀ ਹੈ ਇਹ ਸੋਚਣ ਵਾਲੀ ਹੈ। ਵਾਕਈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਇਹ ਉਹ ਮੰਚ ਨਹੀਂ, ਅਸੀਂ ਇੱਕ ਸਾਥ ਦੇ ਰੂਪ 'ਚ ਬੈਠਦੇ ਹਾਂ। ਅਸੀਂ ਸਾਥ 'ਚ ਬੈਠ ਕੇ ਅਸੀਂ ਪਿਆਰ ਦੀਆਂ ਗੱਲਾਂ ਵੀ ਕਰਦੇ ਹਾਂ। ਸਾਡੀ ਚਿੰਤਾ ਜਿਹੜੀ ਅਸੀਂ ਇੱਕ ਦੂਸਰੇ ਨਾਲ ਵੰਡਦੇ ਹਾਂ, ਕਿਉਂਕਿ ਸਾਡਾ ਆਪਣੇ ਆਪ ਦੇ ਵਿੱਚ ਜਿਹੜਾ ਨਾ ਉਹ ਵਖਰੇਵਾਂ ਨਹੀਂ ਹੈਗਾ। ਵਿਚਾਰਾਂ ਦਾ ਹੋ ਸਕਦਾ, ਪਰ ਜਿਹੜਾ ਪਿਆਰ ਹੈ, ਸਤਿਕਾਰ ਹੈ ਇੱਕ ਦੂਸਰੇ ਪ੍ਰਤੀ, ਉਹ ਬਰਕਰਾਰ ਹੈ। ਹਾਂ, ਕਿਉਂਕਿ ਅਸੀਂ ਲੋਕ ਪ੍ਰੋਫੈਸ਼ਨਲ ਨਹੀਂ ਹੈਗੇ, ਸਾਡਾ ਚੈਨਲ ਪ੍ਰੋਫੈਸ਼ਨਲ ਨਹੀਂ ਹੈਗਾ। ਅਸੀਂ ਤਾਂ ਸਾਥ 'ਚ ਬੈਠਦੇ ਹਾਂ, ਅਸੀਂ ਗੱਲਾਂ ਕਰਦੇ ਹਾਂ। ਜਿਹੜੀ ਗੱਲ ਡਾਕਟਰ ਸਾਹਿਬ ਨੇ ਕੀਤੀ ਵਾਕਈ ਗੱਲ ਸਹੀ ਹੈ ਵੀ ਇਹ ਕਿਸੇ ਵੀ ਨੈਸ਼ਨਲ ਚੈਨਲ ਤੇ ਉਹਨਾਂ ਨਾਲ ਮੁੱਦੇ ਤੇ ਉਸ ਤੇ ਗੱਲ ਕਰ ਸਕਦੇ, ਕਿਉਂਕਿ ਉਹ ਲੋਕ ਪ੍ਰੋਫੈਸ਼ਨਲ ਨੇ। ਉੱਥੇ ਪ੍ਰੋਫੈਸ਼ਨਲ ਬੰਦੇ ਆਣਗੇ ਤੇ ਉਹ ਗੱਲ ਕਰਨਗੇ। ਨਹੀਂ 20 ਸਾਲ ਅਸੀਂ ਪਿੱਛੇ ਪੈ ਗਏ, ਮੈਂ ਸਮਝਦਾ। ਇੱਕ ਮਿੰਟ ਜੀ, ਮੈਂ ਡਾਕਟਰ ਸਾਹਿਬ ਨਾਲ ਗੱਲ ਠੀਕ ਹੈ, ਹਿੰਸਕ ਕਾਰਵਾਈ ਨਹੀਂ ਹੋਣੀ ਚਾਹੀਦੀ। ਹਥਿਆਰ ਵੀ ਲਗਾਏ, ਉੱਥੇ ਟਰੈਕਟਰ ਵੀ ਗਏ, ਪਰ ਉਹਨਾਂ ਦੀ ਟਰੈਕਟਰਾਂ ਦੀ ਸ਼ਨਾਖਤ ਕਰਨਾ ਸਰਕਾਰ ਦਾ ਕੰਮ ਹੈ। CID ਜਿਹੜੀਆਂ ਨੇ ਇੰਟੈਲੀਜੈਂਸ ਏਜੰਸੀਆਂ ਨੇ, ਉਹ ਕੀ ਕਰ ਰਹੀਆਂ ਸੀ ਉੱਥੇ? ਕਿੰਨੀ ਪੁਲਿਸ ਸੀ, ਸ਼ਰੇਆਮ ਹੀ ਅੰਦਰ ਵੜੀ ਜਾਂਦੇ ਨੇ, ਆਮ ਕੋਲੇ ਪੁਲਿਸ ਪਾਸੇ ਖੜੀ ਅੰਦਰ ਕਿਲੇ ਦੇ ਵੜੀ ਜਾਂਦੇ। ਚਲੋ ਇਹ ਹੋ ਗਿਆ, ਪਰ ਵਿਸ਼ਵਾਸਘਾਤ ਦੀ ਜਿਹੜੀ ਗੱਲ ਆ, ਅਸੀਂ ਵਿਸ਼ਵਾਸ ਕਰਕੇ ਪ੍ਰਧਾਨ ਮੰਤਰੀ ਬਣਾਇਆ ਨਰਿੰਦਰ ਮੋਦੀ ਨੂੰ, ਤੇ ਉਹ ਕੀ ਡੇ ਬਾਈ ਡੇ ਰੋਜ਼ ਨਵੇਂ ਕਾਨੂੰਨ ਲਿਆ ਕੇ ਲੋਕਾਂ ਨਾਲ ਵਿਸ਼ਵਾਸਘਾਤ ਨਹੀਂ ਕਰ ਰਹੇ। ਜਦੋਂ ਉਹ ਵਿਸ਼ਵਾਸਘਾਤ ਐਵੇਂ ਕਰਨਗੇ ਤੇ ਲੋਕਾਂ ਵੱਲੋਂ ਵੀ ਹੋਊਗਾ। ਇਹ ਤਾਂ ਆਟੋਮੈਟਿਕ ਹੀ ਆ। ਜੇ ਸਾਡੇ ਉਹ ਜੁਮਲੇ ਦੱਸਦੇ ਨੇ ਤੇ ਰੋਜ਼ ਹੀ ਸਾਡੇ ਤੇ ਨਵੇਂ ਟੈਕਸ, ਨਵੀਆਂ ਸਿਸਟਮ ਬਣਾ ਰਹੇ ਨੇ, ਲੋਕਾਂ ਨੂੰ ਦਰੜੀ ਜਾ ਰਹੇ ਨੇ। ਜੇ ਅਡਾਨੀ ਅਬਾਨੀ ਹਵਾਈ ਜਹਾਜ਼ਾਂ ਚੜ੍ਹ ਸਕਦੇ ਨੇ ਤੇ ਹਜ਼ਾਰਾਂ ਕਰੋੜਾਂ ਦੀਆਂ ਉਹਨਾਂ ਦੀਆਂ ਬਿਲਡਿੰਗਾਂ ਨੇ, ਤੇ ਉਹ ਤੇ ਕਿਉਂ ਨਹੀਂ ਨੱਥ ਪਾਉਂਦੇ? ਉਹਨਾਂ ਨੂੰ ਕਹੋ ਤੁਸੀਂ ਵਿੱਚੋਂ ਘੱਟ ਲਓ, ਤੁਸੀਂ ਲੋਕਾਂ ਨੂੰ ਵੀ ਫਾਇਦਾ ਦਿਓ। ਨਵੇਂ ਤੋਂ ਨਵੀਆਂ ਜਿਹੜੀਆਂ ਦਰੜੀ ਜਾ ਰਹੇ ਨੇ। ਅਸੀਂ 70 ਸਾਲ ਸਾਰੀਆਂ ਪਾਰਟੀਆਂ, ਕਿਸੇ ਪਾਰਟੀ ਨੂੰ ਚੰਗਾ ਨਹੀਂ ਕਹਿੰਦੇ, ਸਾਰੀਆਂ ਪਾਰਟੀਆਂ ਨੇ ਸਾਡੇ ਨਾਲ ਇਹੀ ਕੁਛ ਕੀਤਾ। ਲੋਕਾਂ ਨਾਲ ਹਰੇਕ ਬੰਦੇ ਦਾ, ਪੜ੍ਹਿਆ ਲਿਖਿਆ ਦਾ ਸ਼ੋਸ਼ਣ ਹੋਇਆ, ਮਜ਼ਦੂਰਾਂ ਦਾ ਹੋਇਆ, ਕਿਸਾਨਾਂ ਦਾ, ਕਾਰਖਾਨੇ, ਸਭ ਦਾ ਸ਼ੋਸ਼ਣ ਹੋ ਰਿਹਾ ਹੈ। ਤੇ ਫਿਰ ਉੱਥੇ ਇਹੀ ਕੰਮ ਜਦੋਂ ਹੁਣ ਲੋਕ ਅੰਦੋਲਨ ਬਣਿਆ ਹੈ ਤੇ ਉਹਦੇ ਵਿੱਚ ਇਹ ਆਪਦੀਆਂ ਚਾਲਾਂ ਚੱਲ ਕੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ, ਤੇ ਦਬਦੇ ਹੀ ਹੁੰਦੇ ਨੇ। ਕੋਈ ਗੱਲ ਨਹੀਂ, ਇਹ ਚੱਲੀ ਜਾਣਾ ਕੰਮ। ਇਹ ਨਹੀਂ ਰਹਿਣਾ ਜਦੋਂ ਕੋਈ ਇੱਕ ਬੰਦਾ ਜੇ ਗੁਆਂਢੀ ਚੁੱਪ ਕਰ ਜੇ ਨਾ ਤੇ ਦੂਜਾ ਉੱਤੇ ਚੜ੍ਹੀ ਜਾਂਦਾ ਤੇ ਜਦੋਂ ਫਿਰ ਉਹਦਾ ਵਾਰੀ ਆਉਂਦੀ ਆ ਫਿਰ ਉਹ ਵੀ ਅਗਲਾ ਰੰਗ ਵਿਖਾ ਦਿੰਦਾ ਹੈ। ਸੋ ਲੋਕ ਹੁਣ ਇਸ ਗੱਲ ਤੇ ਲੱਗੇ ਹੋਏ ਨੇ। ਪ੍ਰਮਾਤਮਾ ਕਰੇ ਵੀ ਦੁਨੀਆ ਇਹ ਵੇਖੇ, ਦੁਨੀਆ ਵੇਖ ਰਹੀ ਆ ਸਾਰੀ। ਆਪਣੇ ਨਾਲੋਂ ਜਿਹੜੇ ਮੀਡੀਆ ਵਾਲੇ ਬਾਹਰਲੇ ਆਏ ਹੋਏ ਨਾ, ਉਹ ਤਿੱਖੇ ਨੇ। ਉਹ ਵੀ ਇਹਦਾ ਐਨਾਲਿਸਿਸ ਇੱਕ ਦੋ ਦਿਨਾਂ 'ਚ ਆ ਜਾਏਗਾ ਅੱਗੇ, ਤੇ ਪਤਾ ਲੱਗ ਜੂਗਾ ਵੀ ਕਿੱਥੇ ਕਿਹਦਾ ਕਸੂਰ ਆ ਤੇ ਕੀ ਲੋਕ ਕੀ ਮੰਗਦੇ ਨੇ। ਹਾਂ ਸਰ ਜੀ, ਕੋਟ ਫਤਿਹ ਸਾਹਿਬ, ਇੱਕ ਗੱਲ ਹੈਗੀ ਆ ਨੈਸ਼ਨੈਲਿਟੀ ਦੀ, ਪੈਟਰੀਓਟਿਕ ਸੈਂਸ ਦੀ। ਅਸੀਂ ਡਿਸਕਸ ਜਿਹੜੀ ਹੈਗੀ ਆ ਉਹ ਕਰ ਰਹੇ ਹੈਗੇ ਆ। ਜਿਹੜੀ ਕਿਸੇ ਬੰਦੇ ਦੀ ਪਰਫਾਰਮੈਂਸ ਹੈ, ਮੈਂ ਆਪਣੇ ਘਰ ਦਾ ਮੁਖੀ ਹਾਂ, ਮੇਰੀ ਪਰਫਾਰਮੈਂਸ ਗਲਤ ਹੋ ਸਕਦੀ ਹੈ, ਮੈਂ ਉਹਨਾਂ ਦੇ ਵਿਰੁੱਧ ਜਾ ਸਕਦਾ ਹੈਗਾ। ਕਈ ਵਾਰੀ ਮੈਨੂੰ ਨਹੀਂ ਸਮਝ ਹੋ ਸਕਦੀ ਵੀ ਮੈਂ ਕੀ ਕਰ ਸਕਦਾ। ਕਈ ਵਾਰੀ ਮੈਂ ਜਾਣ ਬੁੱਝ ਕੇ ਵੀ ਮਤਲਬ ਜਿਹੜਾ ਹੈਗਾ ਕਰ ਸਕਦਾ। ਉਹ ਜਿਹੜੀ ਪਰਫਾਰਮੈਂਸ ਦੀ ਹੈ ਉਹ ਗਲਤ ਹੈ, ਉਹ ਜਨਤਾ ਦੇ ਵਿਰੁੱਧ ਚੱਲ ਰਹੇ ਹੈਗੇ ਆ, ਇਹ ਬਿਲਕੁਲ ਠੀਕ ਹੈ। ਪਰ ਇਹਦਾ ਨੈਸ਼ਨੈਲਿਟੀ ਦੇ ਨਾਲ ਕੋਈ ਨਾ ਮਤਲਬ ਹੈ, ਨਾ ਇਹਦਾ ਸਮਝੌਤਾ ਹੈ। ਪਲੀਜ਼ ਆਪਾਂ ਮਤਲਬ ਇੱਕ ਗੱਲ ਨੂੰ ਦੂਜੀ ਨੂੰ ਨਾ ਰਲ ਗੱਡ ਕਰੀਏ। ਆਪਾਂ ਇਹੀ ਗੱਲ ਹੈ, ਇਹ ਪਰਫਾਰਮੈਂਸ ਆ ਵੱਖਰੀ ਹੈਗੀ ਆ, ਉਹ ਵੱਖਰੀ ਹੈਗੀ। ਇਹ ਮੈਂ ਮਤਲਬ ਬਿਲਕੁਲ ਗਲਤ ਹੈ। ਮੈਂ ਬਿਲਕੁਲ ਦੇਖੋ, ਮੇਰੀ ਗੱਲ ਸੁਣੋ, ਪਰ ਲੋਕਾਂ ਨੂੰ ਦਰੜਾ ਨੇ। ਪਰ ਇੱਕ ਗੱਲ ਮੇਰੀ ਗੱਲ ਸੁਣੋ, ਜੇ ਆਪਾਂ ਇਸ ਨਾਲ ਕੋਈ ਮਤਲਬ ਨਹੀਂ ਦਾ। ਡਾਕਟਰ ਸਾਹਿਬ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ, ਪਰ ਜੇ ਇਸ ਗੱਲ ਤੇ ਆਈਏ ਅਸੀਂ ਨੈਸ਼ਨੈਲਿਟੀ ਦੀ, ਤਾਂ ਦੇਖੋ ਤਿਰੰਗਾ ਝੂਲਦਾ ਹੀ ਰਿਹਾ। ਇਹ ਨਹੀਂ ਹੋਇਆ ਵੀ ਤਿਰੰਗੇ ਨੂੰ ਲਾ ਕੇ ਕੇਸਰੀ ਲਾਇਆ ਗਿਆ। ਜੇ ਮੈਂ ਇਸ ਗੱਲ ਦੀ, ਮੈਂ ਸਮਰਥਕ ਨਹੀਂ ਇਸ ਗੱਲ ਦਾ, ਪਰ ਮੈਂ ਹੀ ਕਹਿਣਾ ਨਾ, ਮੈਂ ਇਹ ਦੇਖੋ, ਅਪਮਾਨ ਅਸੀਂ ਦੇਸ਼ ਦਾ ਉਦੋਂ ਕਰਦੇ ਆ ਜਦੋਂ ਅਸੀਂ ਆਪਣੇ ਦੇਸ਼ ਦਾ ਜਾਂ ਕਿਸੇ ਵੀ ਦੇਸ਼ ਦਾ ਝੰਡਾ ਜਿਹੜਾ ਉਹਨੂੰ ਹਾਨੀ ਪਹੁੰਚਾਉਂਦੇ ਆ। ਹੋਇਆ ਕੀ ਉੱਥੇ ਇਹੀ ਗੱਲ ਹੋਈ, ਜਿਹੜਾ ਸਾਡਾ ਤਿਰੰਗਾ ਅਸੀਂ ਸਨਮਾਨ ਕਰਦੇ ਆ, ਸਾਡੇ ਦੇਸ਼ ਦਾ ਤਿਰੰਗਾ ਉਹ ਉੱਪਰ ਝੂਲ ਰਿਹਾ। ਇਹਨਾਂ ਨੇ ਜਿਹੜਾ ਝੰਡਾ ਲਹਿਰਾਇਆ, ਮੈਂ ਫਿਰ ਕਹਿ ਰਿਹਾ ਵੀ ਜ਼ਰੂਰੀ ਨਹੀਂ ਵੀ ਮੈਂ ਇਹਦਾ ਸਮਰਥਕ ਹੋਵਾਂ, ਪਰ ਉਹਨਾਂ ਨੇ ਉਹਦੇ ਥੱਲੇ 'ਚ ਲਹਿਰਾਇਆ। ਜੇ ਅਪਮਾਨ ਉਦੋਂ ਹੁੰਦਾ ਉਸ ਝੰਡੇ ਨੂੰ ਲਾ ਕੇ ਇਹ ਲਾਇਆ ਜਾਂਦਾ।
ਉਹਦਾ ਸਨਮਾਨ ਫਿਰ ਉੱਥੇ ਹੀ ਰਿਹਾ, ਉਹ ਉੱਪਰ ਹੀ ਰਿਹਾ, ਉਦੋਂ ਥੱਲੇ ਇਹਨਾਂ ਨੇ ਉਹ ਝੰਡਾ ਲਹਿਰਾਇਆ। ਮੈਨੂੰ ਲੱਗਦਾ ਜ਼ਰੂਰੀ ਨਹੀਂ, ਕਿਉਂਕਿ ਮੈਂ ਜੋ ਦੇਖਿਆ ਉਹ ਮੈਂ ਤੁਹਾਨੂੰ ਦੱਸਦਾ। ਸਰਦਾਰ ਗਮਦੂਰ ਸਿੰਘ ਕੁਝ ਕਲੀਅਰ ਹੈ, ਥੱਲੇ ਲਾਇਆ ਜੀ ਬੋਲੋ। ਅਖਬਾਰੀ ਸੱਥ ਥੱਲੇ ਲਾਇਆ ਜਾਂਦਾ ਹੈ ਆਈ ਵਾਰੀ। ਇੱਕ ਜਿਹੜਾ ਪੱਠੇ ਲਹਿਰਾਏ ਆ ਉਹ ਨੀਵੇਂ ਨੇ, ਜਿਹੜਾ ਗੁੰਬਦ ਤੇ ਲਹਿਰਾਇਆ ਉਹ ਕੱਲਾ, ਉਹ ਉੱਚਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਕੁਛ ਹੋਇਆ, ਕਿਸਾਨੀ ਮੂਵਮੈਂਟ ਬਹੁਤ ਜਲਦੀ ਚੱਲ ਰਹੀ ਹੈ, ਲਗਭਗ 5 ਜਾਂ 6 ਮਹੀਨੇ ਹੋ ਗਏ। 26 ਜਨਵਰੀ ਤੇ ਆਜ਼ਾਦੀ ਦਿਵਸ ਦੇ ਉੱਤੇ ਜਦੋਂ ਕਿ ਸਾਰਾ ਦੇਸ਼ ਇਹਨੂੰ ਬੜੇ ਹੂਮ ਚਾਅ ਨਾਲ ਮਨਾਉਂਦਾ ਹੈ, ਉਸ ਸਮੇਂ ਤੇ ਇਹੋ ਜਿਹੀ ਘਟਨਾਵਾਂ ਵਾਪਰਨੀਆਂ ਜਾਂ ਇਹੋ ਜਿਹੀ ਘਟਨਾ ਵਾਪਰ ਜਾਣੀ ਬਹੁਤ ਦੁਖਦਾਈ ਹੈ। ਜੇ ਆਪਾਂ ਉੱਦਾਂ ਹੀ ਮੈਂ ਗੱਲ ਕਰੀ ਸੀ ਵੀ ਆਪਾਂ ਕੋਈ ਦੇਸ਼ ਦੀ ਇਕਨੋਮਿਕ ਹਾਲਤ ਹੈ ਜਿਹੜੀ, ਜੇ ਉਹਨੂੰ ਧੁਰੇ ਮੰਨੀਏ ਤਾਂ ਖੇਤੀਬਾੜੀ ਇੱਕ ਧੁਰਾ ਹੈ ਇਕਨੋਮਿਕ ਹਾਲਤ ਦਾ। ਇੰਡਸਟਰੀ ਵੀ ਹੈਗੀ ਹੈ, ਪਰ ਜੇ ਬਹੁਤੀ ਸ਼ਮੂਲੀਅਤ ਮੰਨੀਏ, ਪਾਪੂਲੇਸ਼ਨ ਆਬਾਦੀ ਹੈ ਜਿਹੜੀ ਹਿੰਦੁਸਤਾਨ ਦੀ, ਉਹ ਕਾਹਦੇ 'ਤੇ ਆਸਰਤ ਹੈ, ਤਾਂ ਇਹ ਮੰਨਣਾ ਪਊਗਾ ਵੀ ਸਾਨੂੰ ਖੇਤੀਬਾੜੀ 'ਤੇ ਆਸਰਤ ਹੈ। ਖੇਤੀਬਾੜੀ ਦੇ ਮੁੱਦੇ ਸੀ ਜਿਹੜੇ ਬਹੁਤ ਅਹਿਮ ਨੇ ਆਮ ਲੋਕਾਂ ਵਾਸਤੇ। ਇੰਡਸਟਰੀ ਦਾ ਮੁੱਦਾ ਇੰਨਾ ਅਹਿਮ ਨਹੀਂਗਾ। ਕਾਰਨ ਇੰਡਸਟਰੀ ਅਮੀਰ ਬੰਦਾ ਲਾਉਂਦਾ ਹੈ ਜਿਹਦੇ ਕੋਲ ਬਹੁਤ ਜ਼ਿਆਦਾ ਸਰਮਾਇਆ ਹੁੰਦਾ ਹੈ। ਕਿਸਾਨੀ ਉਹ ਬੰਦਾ ਕਰਦਾ ਹੈ ਜਿਹਦੇ ਕੋਲ ਬਿਲਕੁਲ ਘੱਟ ਸਾਧਨ ਹੁੰਦੇ ਹੈ। ਜਿਵੇਂ ਕਿ ਲੈ ਲਓ 2 ਕਿੱਲੇ ਪੈੜੀ ਵਾਲੇ ਬੰਦੇ ਵੀ ਕਿਸਾਨੀ ਕਰ ਰਹੇ ਹੈ, 5 7 10 ਤੱਕ ਵੀ ਕਰ ਰਹੇ ਹੈ। ਪਰ ਇੱਥੋਂ ਤੱਕ ਇੱਕ ਹੱਦ ਆ ਗਈ ਵੀ 10% 10 ਕਿੱਲਿਆਂ ਤੱਕ ਦੇ ਜਿਹੜੇ ਕਿਸਾਨ ਹੈ ਉਹਨਾਂ ਦੀ ਗਿਣਤੀ 85% ਹੈ। ਅਤੇ ਦੂਜੇ ਕਿਸਾਨ ਕੁਛ ਵੱਡੇ ਕਿਸਾਨ ਹੈਗੇ ਹੈ ਜਿਨ੍ਹਾਂ ਕੋਲ ਚੰਗੀਆਂ ਕੋਠੀਆਂ ਕਾਰਾਂ ਹੈਗੀਆਂ ਨੇ, ਅਤੇ ਉਹ ਬਹੁਤ ਘੱਟ ਗਿਣਤੀ 'ਚ ਹੈ। ਉਹਨਾਂ ਨੂੰ ਕਿਸਾਨ ਨਹੀਂ ਕਹਿ ਸਕਦੇ, ਹਾਂ, ਤੁਸੀਂ ਉਹਨਾਂ ਨੂੰ ਬਿਜ਼ਨਸਮੈਨ ਬਿਜ਼ਨਸਮੈਨ ਕਹਿ ਸਕਦੇ ਹਾਂ। ਖੇਤੀਬਾੜੀ ਬੇਸ਼ੱਕ ਉਹ ਕਰ ਰਹੇ ਹੈਗੇ, ਨਾਲ ਉਹਨਾਂ ਦੇ ਸਾਈਡ ਧੰਦੇ ਹੋਰ ਤਕੜੇ ਹੈਗੇ ਆ, ਮਤਲਬ ਉਹਨਾਂ ਕੋਲ ਸੋਰਸ ਹੈਗੇ ਆ। ਇਹ ਜਿੰਨੀ ਮੂਵਮੈਂਟ ਸੀ ਇਹ ਸਾਰੀ ਖੇਤੀ ਦੇ ਧੁਰੇ ਦੇ ਥੱਲੇ ਚੱਲ ਰਹੀ ਸੀਗੀ। ਪੰਜਾਬ ਇਹਦਾ ਮੋਹਰੀ ਸੀ। ਹੁਣ ਇਕੱਲੀ ਇਹ ਪੰਜਾਬ ਦੀ ਲਹਿਰ ਨਹੀਂ ਰਹੀ ਸੀ, ਇਹ ਸਾਰੇ ਸੂਬਿਆਂ ਦੀ, ਭਾਰਤ ਦੇ ਸੂਬਿਆਂ ਦੀ, ਇੱਥੋਂ ਤੱਕ ਕਿ ਜਿਹੜੇ ਸਾਡੇ ਬੰਦੇ ਬਾਹਰ ਬੈਠੇ ਇੰਟਰਨੈਸ਼ਨਲ ਲੈਵਲ ਦੇ, ਉਹਨਾਂ ਤੱਕ ਇਹ ਗੱਲਾਂ ਚਲੀਆਂ ਗਈਆਂ ਸੀ। ਈਵਨ ਸਾਰੇ ਸੰਸਾਰ ਦੀ ਸੰਸਥਾ UN ਹੈ ਜਿਹੜੀ, ਉਹਦੇ 'ਚ ਵੀ ਇਹ ਮਸਲਾ ਚੱਲਿਆ ਗਿਆ ਸੀਗਾ। ਇਹਦੇ 'ਤੇ ਹੁਣ ਸਾਰਿਆਂ ਦੀਆਂ ਅੱਖਾਂ ਲੱਗੀਆਂ ਸੀਆਂ ਵੀ ਜੋ ਇੰਨਾ ਸ਼ਾਂਤਮਈ ਢੰਗ ਨਾਲ ਖੇਤੀਬਾੜੀ ਦਾ ਅੰਦੋਲਨ ਕਹਿ ਲਓ, ਕਿਸਾਨਾਂ ਦਾ ਅੰਦੋਲਨ ਕਹਿ ਲਓ, ਜਾਂ ਹੁਣ ਜਨ ਅੰਦੋਲਨ ਕਹਿ ਲਓ, ਉਹ ਚੱਲ ਰਿਹਾ ਹੈ। ਅਤੇ 26 ਜਨਵਰੀ ਇੱਕ ਦੇਸ਼ ਜਿਹੜਾ ਮਨਾਉਂਦਾ ਹੈਗਾ, ਸਾਰੇ ਲੋਕ ਹੀ ਮਨਾਉਂਦੇ ਹੈ, ਵੀ ਇਹਦੇ 'ਤੇ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਕਰਨਾ ਹੈ ਉਹ ਕਿੰਨਾ ਕਾਮਯਾਬ ਹੋਊਗਾ। ਹੁਣ ਸਾਡੇ 32 ਯੂਨੀਅਨ ਜਿਹੜੀਆਂ ਪੰਜਾਬ ਦੀਆਂ ਨੇ, ਅਤੇ 4 ਪਲੱਸ ਕਰਕੇ ਬਾਹਰਲੀਆਂ ਯੂਨੀਅਨ, ਜੇ ਸਾਰਾ ਸੰਯੁਕਤ ਮੋਰਚਾ ਕਹਾਉਣ ਲੱਗ ਗਿਆ। ਇਹ ਸੰਯੁਕਤ ਪਹਿਲਾਂ ਪੰਜਾਬ ਦੀ ਮੀਟਿੰਗ ਹੁੰਦੀ ਹੈ ਯੂਨੀਅਨ ਦੀ, ਉਹਦੇ 'ਚ ਇਹ ਆਪਦੇ ਏਮ ਮਿੱਥਦੇ ਆ, ਨਿਸ਼ਾਨੇ ਮਿੱਥਦੇ ਆ, ਉਦੋਂ ਬਾਅਦ ਉਹਨਾਂ ਦੀ ਰਾਏ ਲੈਂਦੇ ਆ, ਸਹਿਮਤੀ ਨਾਲ ਫੈਸਲਾ ਕਰਦੇ ਆ। ਇਹ ਸਾਰਾ ਸਹਿਮਤੀ ਨਾਲ ਫੈਸਲਾ ਹੋਇਆ। 5 ਮੀਟਿੰਗਾਂ ਹੋਈਆਂ ਕੇਂਦਰ ਸਰਕਾਰ ਦੀ, ਪੁਲਿਸ ਦੇ ਨਾਲ ਕਹਿ ਲਓ, ਹੋਮ ਮਿਨਿਸਟਰ ਨਾਲ ਕਹਿ ਲਓ। ਮੈਂ ਤਾਂ ਇਹ ਕਹੂੰਗਾ ਇਹਦੇ ਪਿੱਛੇ ਹੋਮ ਮਿਨਿਸਟਰ ਬੈਠਾ ਹੈ। ਹੋਮ ਮਿਨਿਸਟਰ ਨਾਲ ਇਹਨਾਂ 'ਚ ਇੱਕ ਸਮਝੌਤਾ ਹੋਇਆ, ਰੂਟ ਦਿੱਤੇ ਗਏ, ਉਹ ਰੂਟਾਂ 'ਤੇ ਕਿਸਾਨ ਚੱਲੇ। ਹੁਣ ਰੂਟਾਂ ਤੋਂ ਡਾਈਵਰਸ਼ਨ ਦੀ ਗੱਲ ਹੈ ਪਹਿਲੀ, ਵੀ ਡਾਈਵਰਟ ਕਿਉਂ ਹੋਇਆ, ਕਿਹਨੇ ਕਰਤਾ ਉਹ ਪ੍ਰੋਗਰਾਮ ਡਾਈਵਰਟ? ਮਿੱਥੇ ਹੋਏ ਰੂਟਾਂ ਤੋਂ ਕਿਹਨੇ ਉੱਥੇ ਲੈਣਾ ਪਊਗਾ। ਡਾਕਟਰ ਦਰਸ਼ਨ ਸਿੰਘ ਜੀ ਨੇ ਜਿਹੜੀ ਗੱਲ ਕਹੀ ਆ, ਮੈਂ ਕਹਿਣਾ, ਪਰ ਮੈਂ ਇੱਕ ਗੱਲ ਦਰਸ਼ਨ ਸਿੰਘ ਜੀ ਨਾਲ ਕਰ ਰਿਹਾ ਇਸ ਬੇਸ ਦੇ ਉੱਤੇ ਵੀ ਇਹਦਾ ਬੀਜ ਕਿਹਨੇ ਬੀਜਿਆ। ਕਿਸਾਨੀ ਦਾ ਮੁੱਦਾ ਆਪਾਂ ਕਹਿੰਦੇ ਪਹਿਲਾਂ ਬੀਜਤਾ, ਉਹ ਬੀਜ ਵੱਡਾ ਹੋਇਆ, ਫਸਲ ਪੈਦਾ ਹੋਈ, ਤਾਂ ਯੂਨੀਵਰਸਿਟੀਆਂ ਦੇ ਵਿੱਚ ਬੜੀ ਖੋਜ ਹੋ ਰਹੀ ਆ, ਉਹ ਬੀਜ ਨੂੰ ਮੰਨਣ ਲੱਗ ਗਏ ਵੀ ਆਹ ਬੀਜ ਸਹੀ ਹੈ, ਇਹਨੂੰ ਕਿਸਾਨ ਨੂੰ ਬੀਜਣ ਲੱਗ ਗਏ। ਹੁਣ ਗੱਲ ਤਾਂ ਇਹ ਸੀ ਵੀ ਇਹ ਬੀਜ ਭਾਵੇਂ ਕਰਪਸ਼ਨ ਦਾ ਬੀਜ, ਪਲਾਨਿੰਗ ਦਾ ਬੀਜ, ਬੇਈਮਾਨੀ ਦਾ ਬੀਜ ਜਿੱਥੇ ਕਿ ਉਹ ਕਿਹਨੇ ਬੀਜਿਆ, ਉਹ ਸਿੱਧਾ ਮੰਨਣਾ ਪਊ। ਇਹਦੇ ਪਿੱਛੇ ਸਰਕਾਰ, ਹੋਮ ਮਿਨਿਸਟਰ, ਪ੍ਰਧਾਨ ਮੰਤਰੀ, ਇਹਨਾਂ ਦਾ ਜਿੰਨਾ ਹੈ ਅਮਲਾ ਫੈਲਾ, CID ਡਿਪਾਰਟਮੈਂਟ ਤੋਂ ਲਾ ਕੇ ਇਹਨਾਂ ਦੀਆਂ ਏਜੰਸੀਆਂ ਹੈਗੀਆਂ ਨਾ, ਉਹ ਸਾਰਾ ਪਲਾਨਿੰਗ ਹੋਇਆ ਸੀਗਾ, ਅਤੇ ਉਹਦੇ ਕਰਕੇ ਕੰਮ ਖਰਾਬ ਹੋਇਆ। ਖਰਾਬ ਕੋਈ ਇੰਨਾ ਜ਼ਿਆਦਾ ਨਹੀਂ ਹੋਇਆ, ਇਹ ਲਾਈਨ ਡੀਰੇਲ ਹੋ ਗਿਆ ਥੋੜ੍ਹਾ ਜਿਹਾ, ਅਤੇ ਰੇਲ ਹੋ ਜੂਗਾ ਇਹ, ਮਤਲਬ ਅਤੇ ਇਹ ਹੋਣਾ ਹੀ ਪਊਗਾ, ਅਤੇ ਜਿੱਤ ਹੋਊਗੀ ਇਹ ਲਾਜ਼ਮੀ। ਫਿਰ ਉਹ ਬੰਦਿਆਂ ਨੂੰ ਪਤਾ ਲੱਗ ਜੂ ਜਿਹੜੇ ਹੁਣ ਵਨ ਸਾਈਡਡ ਬੋਲ ਰਹੇ ਹੈ। ਹੁਣ ਲੱਗਦਾ ਤਾਂ ਮੈਂ ਵੀ ਵਨ ਸਾਈਡਡ ਬੋਲ ਰਿਹਾ, ਪਰ ਮੈਨੂੰ ਕੋਈ ਗਲਤ ਕਰਕੇ ਦੱਸੇ ਵੀ ਇਹਦੇ ਸੱਚਾਈਆਂ, ਵੀ ਆਹ ਤੁਸੀਂ ਝੂਠ ਮਾਰੀ ਜਾਂਦੇ ਹੋ, ਵੀ ਇਹ ਐਡਾ ਵੱਡਾ ਮੁੱਦਾ ਨਹੀਂ ਗਾ, ਇਹ ਮਤਲਬ ਸਾਰੇ ਦੇਸ਼ ਦਾ ਮੁੱਦਾ ਨਹੀਂ ਗਾ।
ਚੰਦ ਬੰਦੇ ਕਹਿੰਦੇ ਆ ਵੀ ਸਾਰੇ ਸੋਰਸ ਆਫ ਇਨਕਮ ਨੇ ਜਿਹੜੇ ਅਸੀਂ ਇਕੱਠੇ ਕਰ ਲਈਏ। ਅੱਗੇ ਹੋਇਆ ਰਾਜਾ ਨੇ ਇਹੀ ਕਰਦੇ ਰਹੇ ਹੈਗੇ ਮਤਲਬ। ਤੇ ਰਸ਼ੀਆ ਦੇ ਰਾਜੇ ਜ਼ਾਰ ਕਹਿੰਦੇ ਸੀ ਉਹਨਾਂ ਨੂੰ। ਜ਼ਾਰਾਂ ਨੂੰ ਲੋਕਾਂ ਨੇ ਬਿਨਾਂ ਹਥਿਆਰਾਂ ਤੋਂ ਮਹਿਲਾਂ ਤੇ ਚੜ੍ਹ ਕੇ, ਕਿਲਿਆਂ ਤੇ ਚੜ੍ਹ ਕੇ ਹੱਥੀਂ ਸਿੱਟਿਆ ਸੀ ਉਹਨਾਂ ਨੂੰ। ਤੇ ਮਰੇ ਤਾਂ ਖੈਰ ਬਹੁਤ ਸੀਗੇ, ਕੁਰਬਾਨੀ ਬਹੁਤ ਹੋਈ ਸੀ, ਪਰ ਬਦਲਾ ਲਿਆਤਾ ਸੀਗਾ। ਤਾਂ ਇਹ ਉਮੀਦ ਕੀਤੀ ਜਾਂਦੀ ਹੈ ਜੇ ਇਹ ਇਸ ਤਰ੍ਹਾਂ ਦਾ ਰਿਹਾ ਤਾਂ ਭਾਰਤ ਦੇ ਵਿੱਚ ਇੱਕ ਤਬਦੀਲੀ ਆਊਗੀ। ਵੈਸੇ ਲੱਗਦਾ ਵੀ ਆਊਗੀ, ਲੋਕ ਬਹੁਤ ਦੁਖੀ ਹੈ। ਲਓ ਜੀ, ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਕਿਸੇ ਬੰਦੇ ਨੇ ਮੈਨੂੰ ਸੁਣਾਈ ਸੀਗੀ। ਕਹਿੰਦੇ ਵੀ ਦੋ ਗੁਆਂਢੀਆਂ ਦੀ ਆਪਸ 'ਚ ਲੜਾਈ ਹੋ ਗਈ। ਜਿਹੜਾ ਤਕੜਾ ਸੀ ਉਹਨੇ ਮਾੜੇ ਨੂੰ ਨਾ ਕੁੱਟਤਾ, ਤੇ ਹੁਣ ਉਹਨੂੰ ਇਹ ਪਤਾ ਸੀ ਵੀ ਜਿਹੜਾ ਮਾੜਾ ਬੰਦਾ ਨਾ ਹੁਣ ਇਹ ਥਾਣੇ ਜਾਊਗਾ। ਉਹਨਾਂ ਨੇ ਸੋਚਿਆ ਜੇ ਥਾਣੇ ਜਾਵਾਂਗੇ ਤਾਂ ਯਾਰ ਵੀ ਪਰਚਾ ਸਾਡੇ ਤੇ ਹੋਊਗਾ। ਉਹਨਾਂ ਨੇ ਆਪਣੀ ਜਨਾਨੀ ਨੂੰ ਕਿਹਾ ਵੀ ਤੂੰ ਇੱਥੋਂ ਨਾ ਆਪਣੇ ਕੱਪੜੇ ਪਾੜ ਲੈ ਤੇ ਉਦੋਂ ਪਹਿਲਾਂ ਚਲੀ ਜਾ ਤੇ ਜਾ ਕੇ ਕਹਦੇ ਵੀ ਇਹਨੇ ਤਾਂ ਜੀ ਮੈਨੂੰ ਹੱਥ ਪਾਇਆ ਸੀ। ਉਹ ਕਿਤੇ ਨਾ ਕਿਤੇ ਮੈਨੂੰ ਇਹ ਗੱਲ ਯਾਦ ਆ ਗਈ ਕਿਤੇ ਵੀ ਯਾਰ ਇੱਦਾਂ ਵੀ ਹੋ ਜਾਂਦਾ, ਬਹੁਤ ਕੁਛ ਹੁੰਦਾ। ਠੀਕ ਹੈ, ਅਸੀਂ ਇੱਥੇ ਬੈਠੇ ਹਾਂ, ਅਸੀਂ ਇੱਥੇ ਬੈਠ ਕੇ ਗੱਲਾਂ ਕਰਦੇ ਪਏ ਹਾਂ, ਸਾਰੀ ਚਰਚਾ ਕਰਦੇ ਪਏ ਹਾਂ, ਪਰ ਜੋ ਉੱਥੇ ਹੋਇਆ ਹੈ ਨਾ ਉਹ ਅਸੀਂ ਦੇਖਿਆ ਜ਼ਰੂਰ। ਬੜੇ ਵੀਡੀਓਜ਼ ਨੇ ਜਿਹੜੇ ਵਾਇਰਲ ਹੋ ਰਹੇ ਨੇ, ਤਰੰਗ ਸਾਰੀਆਂ ਗੱਲਾਂ ਹੋ ਰਹੀਆਂ। ਮੈਂ ਇੱਕ ਮਿੰਟ ਤੇ ਉੱਥੇ ਇੰਨਾ ਕੁਛ ਹੋਇਆ, ਪਰ ਅਸੀਂ ਦੇਖੋ ਜਿਹੜੀ ਸੱਚਾਈ ਹੈ ਨਾ, ਫਰੈਂਕਲੀ ਸਪੀਕਿੰਗ ਅਸੀਂ ਜਿੰਨੀ ਮਰਜ਼ੀ ਬਹਿਸ ਕਰੀ ਚਲੀਏ, ਜੋ ਸੱਚਾਈ ਹੈ ਉਹ ਸਾਨੂੰ ਹਲੇ ਵੀ ਨਹੀਂ ਪਤਾ। ਉਹ ਟਾਈਮ ਆਏ ਤੇ ਉਹ ਜਿਹੜੀ ਸੱਚਾਈ ਹੈ ਨਾ ਉਹ ਬਾਹਰ ਆਏਗੀ। ਤੇ ਵੇਲਾ ਲੱਗਦਾ ਹੁੰਦਾ ਹੈ, ਹਰ ਚੀਜ਼ ਨੂੰ ਕਿਤੇ ਨਾ ਕਿਤੇ ਕੋਈ ਵੇਲਾ ਲੱਗਦਾ ਹੈ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਹੋਏਗਾ, ਪਰ ਉਹਨੂੰ ਟਾਈਮ ਹੈ ਜਿਹੜਾ ਉਹ ਲੱਗਦਾ। ਅਸੀਂ ਸੱਥ ਦੇ ਵਿੱਚ ਬੈਠਦੇ ਹਾਂ, ਵਧੀਆ ਗੱਲਾਂ ਲੱਗਦੀਆਂ ਵੀ ਜਦੋਂ ਅਸੀਂ ਸਾਰੇ ਜਣੇ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ। ਮੈਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਵੀ ਜ਼ਰੂਰੀ ਨਹੀਂ ਵੀ ਜੇ ਅਸੀਂ ਬੈਠੇ ਹਾਂ ਤੇ ਇੱਥੇ ਅਸੀਂ ਇੱਕ ਦੂਸਰੇ ਨੂੰ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰੇ ਵੀ ਮੈਨੂੰ ਬਹੁਤ ਜ਼ਿਆਦਾ ਕੁਝ ਪਤਾ ਹੈ, ਜਾਂ ਕੋਈ ਵੀ ਬੰਦਾ ਇਹ ਕਵੇ। ਪਰ ਹਰ ਬੰਦੇ ਦੇ ਆਪੋ ਆਪਣੇ ਵਿਚਾਰ ਨੇ, ਹਰ ਬੰਦੇ ਦੀ ਆਪਣੀ ਇੱਕ ਸਟੱਡੀ ਹੈ। ਦੇਖੋ, ਤੁਸੀਂ ਕਿਸੇ ਨੂੰ ਝੁਠਲਾ ਨਹੀਂ ਸਕਦੇ। ਤੁਸੀਂ ਕਿਸੇ ਦੇ ਮੈਂ ਕਹਿ ਲਵਾਂ ਕਿ ਯਾਰ ਵੀ ਮੈਂ ਬਹੁਤ ਵਧੀਆ ਨਹੀਂ, ਪਰ ਹਾਂ ਇਹ ਵੀ ਗੱਲ ਠੀਕ ਹੈ ਕਿ ਜੋ ਉੱਥੇ ਕੱਲ੍ਹ ਹੋਇਆ, ਇੰਨਾ ਕਤਲੋ ਗਾਰਤ ਕਹਿ ਲਓ ਵੀ ਹੋਈ ਹੈ, ਬੜੇ ਨੁਕਸਾਨ ਹੋਇਆ। ਭਾਵੇਂ ਉਹ ਸਾਡੇ ਸੀ ਤਾਂ ਦੇਸ਼ ਦੇ ਵਾਸੀ ਨਾ, ਭਾਵੇਂ ਸਾਡੇ ਪੰਜਾਬੀ ਸੀ, ਭਾਵੇਂ ਉਹਨਾਂ ਦੇ ਸੀ, ਜਾਂ ਸਾਡੇ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋਏ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਜਿਹੜੇ ਸਾਡੇ ਭਰਾ ਸੀ। ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਫਿਰ ਵੀ ਇਹ ਜੋ ਚੱਲ ਰਿਹਾ ਸੀ ਉਹ ਹੋ ਚੁੱਕਿਆ। ਜਿਹੜੀ ਚੀਜ਼ ਹੋ ਜਾਂਦੀ ਹੈ ਉਹਦੇ ਤੋਂ ਅਸੀਂ ਸਿਰਫ ਸਬਕ ਲੈ ਸਕਦੇ ਹੁੰਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ। ਉਹਦੇ ਉੱਤੇ ਅਸੀਂ ਚਿੰਤਾ ਕਰ ਸਕਦੇ ਹਾਂ। ਹਾਂਜੀ ਪਲੀਜ਼। ਅਸਲ 'ਚ ਨਾ ਮਤਲਬ ਆਪਾਂ ਨੂੰ ਜਦੋਂ ਕੋਈ ਗੱਲ ਕਰਦਾ ਤਾਂ ਆਪਾਂ ਨੂੰ ਐਂ ਲੱਗਦਾ ਯਾਰ ਵੀ ਇਹ ਮੈਥੋਂ ਟੇਢਾ ਜਾ ਰਿਹਾ, ਹੋਰ ਦੇ ਵਿਚਾਰ ਹੋਰ ਹੁੰਦੇ ਆ। ਉਹ ਕਹਿੰਦੇ ਯਾਰ ਮੈਥੋਂ ਟੇਢਾ ਜਾ ਰਿਹਾ। ਹਾਂਜੀ, ਸਰਦਾਰ ਗਮਦੂਰ ਸਿੰਘ ਜੀ ਨੇ ਵੀ ਗੱਲ ਕੀਤੀ, ਅਸੀਂ ਤਾਂ ਚੰਗੇ ਦੀ ਉਮੀਦ ਕਰਦੇ ਹਾਂ। ਇਹਨਾਂ ਨੇ ਕਿਹਾ ਵੀ ਤਬਦੀਲੀ ਆ, ਅਸੀਂ ਚੰਗੇ ਦੀ ਉਮੀਦ ਕਰਦੇ ਹਾਂ। ਪਰ ਮੇਰੀ ਜਿਹੜੀ ਕੰਸਨਟ੍ਰੇਸ਼ਨ ਆ ਨਾ, ਜੋ ਕੁਝ ਵੀ ਮੈਂ ਹੁਣ ਬੋਲਦਾ ਜਾਂ ਮੈਂ ਪਹਿਲਾਂ ਬੋਲਿਆ ਜਾਂ ਮੈਂ ਹੁਣ ਬੋਲ ਰਿਹਾ, ਇੱਥੇ ਅਸੀਂ 10 ਬੰਦੇ ਬੈਠੇ ਹੈਗੇ ਆ, ਇੱਥੇ 100 ਬੰਦਾ ਆ ਕੇ ਸਾਨੂੰ ਘੇਰ ਲੈਂਦਾ, ਸਾਡਾ ਸੱਚ ਜਿਹੜਾ ਉਹ ਖਤਮ ਹੋ ਜਾਊਗਾ। ਮਤਲਬ ਅਸੀਂ ਇਹ ਜੋ ਕੁਝ ਉੱਥੇ ਹੋਇਆ, ਦਿਸ ਇਜ਼ ਕਿਡਨੈਪਿੰਗ ਆਫ ਦਾ ਸਿਸਟਮ, ਦਿਸ ਇਜ਼ ਹਜ਼ਾਕਿੰਗ ਆਫ ਦਾ ਸਿਸਟਮ ਨੂੰ ਸਾਰਿਆਂ ਨੂੰ ਹਜ਼ਾਕ ਕੀਤਾ ਗਿਆ। ਉਹਦੀ ਵਿਰੋਧਤਾ ਹੋ ਰਹੀ ਹੈ, ਨਾ ਕਿ ਅਸੀਂ ਕਿਸੇ ਦੀ ਪਰਸਨਲ ਵਿਰੋਧਤਾ ਕਰਦੇ ਰਹੇ। ਸਾਰਾ ਸਿਸਟਮ ਹੀ ਖਤਮ ਕਰਤਾ, ਚੱਕ ਕੇ ਲੈ ਗਏ ਸਾਰੇ ਕਾਸੇ ਨੂੰ। ਇਹ ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਬਈ? ਜਦੋਂ ਅਸੀਂ ਸਿਸਟਮ ਨੂੰ ਹਜ਼ਾਕ ਕਰਾਂਗੇ ਤਾਂ ਇੱਥੇ ਇਹੋ ਜਿਹੀਆਂ ਗੱਲਾਂ ਹੋਣਗੀਆਂ। ਹੋਰ ਇਸ ਦਾ ਕੋਈ ਨਹੀਂ ਗਿਆ। ਇਹ ਹਜ਼ਾਕ ਹੋਇਆ ਸਿਸਟਮ, ਔਰ ਇਹ ਨਹੀਂ ਹੋਣਾ ਚਾਹੀਦਾ। ਬਿਲਕੁਲ ਇਹੀ ਗੱਲ ਹੈ ਨਾ। ਦੇਖੋ, ਮੈਂ ਇਹੀ ਕਹਿਣਾ ਵੀ ਉਹਨੂੰ ਕਿਡਨੈਪ ਕਰ ਲਿਆ ਗਿਆ, ਉਹ ਪਤਾ ਹੀ ਨਹੀਂ, ਨੋਬਡੀ ਨੋਜ਼। ਇਹ ਕਹਿੰਦੇ ਵੀ ਦੇਖੋ ਹੋਇਆ ਗਲਤ ਹੋਇਆ ਹੈ, ਹਾਂ ਭਾਵੇਂ ਕਿਸੇ ਕੀਤਾ ਹੈ। ਪੁਲਿਸ ਦੀ ਨਕਾਮੀ ਹੈ ਇਹਨਾਂ ਦੀ। ਦੇਖੋ ਉਹੀ ਗੱਲ ਹੈ, ਪੁਲਿਸ ਪੁਲਿਸ ਦੀ ਵੀ ਹੈ ਜੀ ਤੇ ਕਿਸਾਨ ਲੀਡਰਾਂ ਦੀ ਵੀ ਨਾਕਾਮੀ ਹੈ ਇਹ 'ਚ। ਇਹ ਨਹੀਂ ਇਕੱਲੀ ਪੁਲਿਸ ਦੀ ਹੈ। ਆਪਾਂ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਇਹ ਪਹਿਲਾਂ ਵੀ ਇੰਨਾ ਕੁਝ ਹੋ ਸਕਦਾ ਹੈ। ਉਹਨਾਂ ਨੇ ਬਿਲਕੁਲ ਨਹੀਂ ਸੋਚਿਆ ਇਹ। ਦੇਖੋ, ਕਿਸਾਨ ਲੀਡਰਾਂ ਦੀ ਜੇ ਮੈਂ ਗੱਲ ਕਰਾਂ ਨਾ, ਤੁਸੀਂ ਕਹਿੰਦੇ ਵੀ ਕਿਸਾਨ ਲੀਡਰਾਂ ਦੀ ਨਾਕਾਮੀ ਹੈ। 1 ਲੱਖ ਬੰਦਾ ਜਿਹਨੂੰ ਇੱਕ ਚੰਦ 40 ਬੰਦੇ ਮੰਨ ਕੇ ਚੱਲੀਏ ਵੀ ਮੈਨੇਜ ਕਰ ਰਹੇ ਆ। ਸਰ 1 ਲੱਖ ਬੰਦੇ ਨੂੰ ਮੈਨੇਜ ਕਰਨਾ ਵੀ ਬੜਾ ਔਖਾ ਹੋ ਜਾਂਦਾ। ਉਹਨਾਂ 'ਚ ਸ਼ਰਾਰਤੀ ਨਹੀਂ, ਮੈਂ ਵੈਸੇ ਨਾਰਮਲ ਗੱਲ ਕਰਦਾ, ਵੈਸੇ ਗੱਲ ਕਰਦਾ। 2-3000 ਬੰਦਾ ਸੀ, ਵੱਧ ਨਹੀਂ ਸੀਗਾ। 2-3000 ਬੰਦਾ ਸੀਗਾ ਉੱਥੇ ਤਾਂ 2-3000 5,000 ਬੰਦਾ ਲਾ ਲਓ। ਪਰ ਜਿਹੜਾ ਇੱਥੇ ਆਪਣਾ ਕਿਸਾਨ ਅੰਦੋਲਨ ਇਹਦੇ ਵਿੱਚ 2-2.5 ਲੱਖ ਤੋਂ ਪਲੱਸ ਟਰੈਕਟਰ ਸੀਗੇ ਜੀ, 10 ਲੱਖ ਪਲੱਸ ਬੰਦਾ ਸੀਗਾ। ਨਹੀਂ, ਮੈਂ ਉਹੀ ਗੱਲ ਕਰਦਾ ਨਾ। ਦੇਖੋ, ਗੱਲ ਪਤਾ ਕੀ ਹੈ, ਗੱਲ ਮੈਂ ਕਹਿੰਦਾ ਵੀ ਜਦੋਂ ਇੰਨਾ ਵੱਡੇ ਲੋਕ ਹੋਣ, 40 ਬੰਦੇ ਉਹਨਾਂ ਨੂੰ ਜੇ ਮੈਨੇਜ ਕਰ ਰਹੇ, ਤਾਂ ਕਿਤੇ ਨਾ ਕਿਤੇ ਤਾਂ ਦੇਖੋ
ਬਾਹਰਲੇ ਬੰਦੇ ਵੀ ਵੜ ਜਾਂਦੇ ਹੁੰਦੇ ਆ, ਕੋਈ ਐਡੀ ਗੱਲ ਨਹੀਂ ਹੁੰਦੀ। ਜਦੋਂ ਆਪਾਂ ਛੋਟੀ ਜੀ ਗੱਲ ਕਰਦੇ ਆ, ਅਸੀਂ ਇੱਕ ਬਰਾਤ ਲੈ ਕੇ ਜਾਂਦੇ ਆ, ਉਹਦੇ 'ਚ ਅਸੀਂ ਵੱਧ ਤੋਂ ਵੱਧ 50-100 ਜਣੇ ਹੁੰਦੇ ਆ, ਠੀਕ ਹੈ। ਜਿਹੜੇ ਮੇਨ ਬੰਦੇ ਘਰ ਦੇ ਹੁੰਦੇ ਆ ਉਹ ਲਾੜੇ ਦੇ ਦੁਆਲੇ ਆਲੇ ਦੁਆਲੇ ਨੱਚਦੇ ਹੁੰਦੇ ਆ, ਤੇ ਬਾਹਰਲੇ ਬੰਦੇ ਕਈ ਵਾਰੀ ਆ ਕੇ ਵਿੱਚ ਨੱਚਦੇ ਵੀ ਆ ਤੇ ਉੱਥੋਂ ਆ ਕੇ ਕੁਝ ਖਾ ਵੀ ਜਾਂਦੇ ਆ ਤੇ ਨਾਲ ਲੈ ਵੀ ਜਾਂਦੇ ਆ। ਸੋ ਇਸ ਕਰਕੇ ਸਾਨੂੰ ਜਿਹੜਾ ਆ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸ਼ਮਿੰਦਰ ਜੀ, ਹੁਣ ਅਸੀਂ ਇੱਥੇ ਬੈਠੇ ਹਾਂ 5-7 ਜਣੇ ਜੀ ਅਸੀਂ ਮੋਦੀ ਨੂੰ ਰੋਜ਼ ਬੁਰਾ ਭਲਾ ਕਹਿੰਦੇ ਆ, ਮੈਂ ਵੀ ਕਹਿਣਾ ਤੇ ਹੋਰ ਸਾਰੇ ਕਹਿੰਦੇ ਆ ਜੀ, ਬਿਲਕੁਲ ਅਸੀਂ ਹੋਰਾਂ ਨੂੰ ਵੀ ਕਹਿੰਦੇ ਹੈਗੇ ਆ, ਚੀਫ ਮਿਨਿਸਟਰ ਨੂੰ ਵੀ ਅਸੀਂ ਨਿੰਦੀ ਜਾਂਦੇ ਆ, ਅਸੀਂ ਜਥੇਦਾਰਾਂ ਨੂੰ ਵੀ ਨਿੰਦੀ ਜਾਂਦੇ ਹੈਗੇ ਆ, ਠੀਕ ਆ। ਇੱਥੇ 10 ਬੰਦੇ ਕਿਰਪਾਨਾਂ ਲੈ ਕੇ ਕਿ ਸਾਨੂੰ ਵੱਢ ਦਿੰਦੇ ਆ, ਫਿਰ ਅਸੀਂ ਉਹ ਮਤਲਬ ਇਹ ਕਰਾਂਗੇ ਵੀ ਸਾਨੂੰ ਬੋਲਣ ਤੋਂ ਪਹਿਲਾਂ ਇੰਤਜ਼ਾਮ ਕਰਨਾ ਚਾਹੀਦਾ ਸੀਗਾ। ਉਹ ਉਥੇ 100 ਬੰਦਾ ਨਹੀਂ, ਉਥੇ ਪੁਲਿਸ ਵਾਲਾ ਤੇ 10 ਲੱਖ ਬੰਦਾ ਉਥੇ ਫਿਰਦਾ ਹੈਗਾ। ਮੈਨੂੰ ਦੱਸੋ ਉਹ ਕਿਵੇਂ ਕਰੂਗਾ ਇੰਤਜ਼ਾਮ ਉਸ ਦਾ? ਕਿਵੇਂ ਹੋਊਗਾ ਇਹ? 12 ਵਜੇ ਦਾ ਟਾਈਮ ਆ ਔਰ 6:30 ਵਜੇ ਉਹਨਾਂ ਨਿਕਲਣਾ ਸ਼ੁਰੂ ਕਰਤਾ। ਦੇਖੋ ਹਾਂ ਬਿਲਕੁਲ ਮੈਂ ਮੇਰੀ ਗੱਲ ਸੁਣੋ। ਜਦੋਂ ਟਾਈਮ ਹੈ, ਮੇਰੀ ਗੱਲ ਸੁਣੋ ਸਰ, ਮੇਰੀ ਕੋਈ ਗੱਲ ਸੁਣੋ। ਜਦੋਂ ਟਾਈਮ ਹੈ, ਹੁਣ ਆਪਣੀ ਸੱਥ ਦਾ ਟਾਈਮ 10 ਵਜੇ ਹੈ, ਆਪਾਂ ਆ ਜਾਂਦੇ ਆ ਪਹਿਲਾਂ, ਕਦੀ ਉੱਥੇ ਗੇੜਾ ਕੱਢ ਲਿਆ, ਕਦੀ ਸੈਰ ਕਰ ਲਈ, ਕਦੀ ਦੋ ਉਧਰ ਪੈ ਕੇ ਗੱਲਾਂ ਕਰ ਲਈਆਂ। ਆਪਾਂ ਸੱਥ ਕਦੋਂ ਸ਼ੁਰੂ ਕਰਦੇ ਆ? ਉਦੋਂ ਜਦੋਂ ਸਾਰੇ ਜਣੇ ਆ ਜਾਂਦੇ ਆ, ਉਦੋਂ ਹੀ ਕਰਦੇ ਨਾ। ਇਹ ਤਾਂ ਹੋਇਆ ਨਹੀਂ ਵੀ ਅਸੀਂ 3 ਜਣੇ ਬੈਠੇ ਆ ਤੇ 3 ਜਣੇ ਸੱਤ ਕਰ ਰਹੇ ਤੇ ਬਾਕੀ ਜਿਹੜੇ ਆਈ ਗਏ ਹੌਲੀ ਹੌਲੀ ਐਂਟਰ ਹੋ ਗਏ। ਸੱਤ ਘੱਟੋ ਘੱਟ 5-7 ਜਦੋਂ ਜਿਹੜੇ ਆਪਣੇ ਮੇਨ ਬੰਦੇ ਆਪਾਂ ਜਦੋਂ ਆ ਜਾਂਦੇ ਆ ਉਦੋਂ ਸ਼ੁਰੂ ਕਰਦੇ ਆ। ਸੋ ਗੱਲਾਂ ਉਹੀ ਨੇ। ਮੈਂ ਇਹੀ ਕਹਿੰਦਾ ਵੀ ਅਸੀਂ ਆਪਸ 'ਚ ਜਿੱਦਣ ਦੀ ਬਜਾਏ ਅਸੀਂ ਉਸ ਮੋਹਰੀ ਦੇਖੀਏ ਵੀ ਜਿੱਥੋਂ ਇਹ ਸਾਰਾ ਕੁਝ ਲੀਕ ਹੋ ਗਿਆ। ਇਹ ਨਹੀਂ ਸੀ ਹੋਣਾ ਚਾਹੀਦਾ। ਬਾਕੀ ਇਹ ਆ ਵੀ ਸਬਕ, ਅਸੀਂ ਇਸ ਚੀਜ਼ ਤੋਂ ਸਬਕ ਜ਼ਰੂਰ ਲਈਏ ਤੇ ਕੁਝ ਸਿੱਖੀਏ ਤੇ ਸਿਖਾਈਏ। ਇਸ ਗੱਲ ਦੀ ਚਿੰਤਾ ਜਿਹੜੀ ਹੈ ਉਹ ਸਤਾਉਂਦੀ ਰਹੇਗੀ ਵੀ ਜੋ ਵੀ ਹੋਇਆ ਮਾੜਾ ਹੋਇਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।